ਸ਼ਮਾਦਾਨ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਦੇ ਨਾਲ ਜੁੜੇ ਹੋਏ ਹੋ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ, ਸੈਟਲ ਏਰੀਆ ਦੇ ਵਿੱਚ ਤੁਹਾਨੂੰ ਲੋਕਲ ਜੌਬ ਦਿੰਦੀ ਹੈ ਜੀ। ਡੇਲੀ ਘਰੇ ਜਾ ਸਕਦੇ ਹੋ, ਬੱਚਿਆਂ ਨਾਲ ਸਮਾਂ ਬਤੀਤ ਕਰ ਸਕਦੇ ਹੋ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਤੇ ਸੰਪਰਕ ਕਰ ਸਕਦੇ ਹੋ। ਜਗਦੇਵ ਸੰਧੂ ਹੋਰਾਂ ਨਾਲ 2532666924 ਤੇ। ਬੇਕਰਸਵੀਲ ਏਰੀਆ 'ਚ ਬਿਜਲੀ ਦੇ ਬਿੱਲਾਂ ਤੋਂ ਨਿਜਾਤ ਪਾਉਣ ਦੇ ਲਈ ਜਤਿੰਦਰ ਸਿੰਘ ਤੂਰ ਹੋਰਾਂ ਨਾਲ ਸੰਪਰਕ ਕਰੋ 6617541722। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਥਾਨਕ ਸਰਕਾਰਾਂ ਦੇ ਇਲੈਕਸ਼ਨ ਕੱਲ੍ਹ ਵੀ ਆਪਾਂ ਡਿਸਕਸ ਕਰ ਲਏ ਸੀਗੇ। ਕੋਈ ਅਣਸਖਾਵੀ ਘਟਨਾ ਇੱਕ ਅੱਧੀਆਂ ਨੂੰ ਛੱਡ ਕੇ ਜਿਹੜੀਆਂ ਉਹ ਕੋਈ ਬੌਡੀ ਨਹੀਂ ਵਾਪਰੀ ਗਿਣਤ ਚੋਣਾਂ ਦੇ ਆਲੇ ਦਿਨ। ਬਿਲਕੁਲ। ਉਸ ਤੋਂ ਪਹਿਲਾਂ ਤਾਂ ਮੋਗੇ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਮਾੜੀ ਗੱਲ ਹੋਈ ਸੀ। ਸੋ ਕਾਂਗਰਸ ਦੀ ਇਸ ਜਿੱਤ ਨੂੰ ਦਾ ਮੁਲਾਂਕਣ ਤੁਸੀਂ ਕਿਵੇਂ ਕਰਦੇ ਹੋ? ਦੇਖੋ, ਕਾਂਗਰਸ ਦੀ ਜਿਹੜੀ ਇਹ ਜਿੱਤ ਹੈ, ਮੈਂ ਮਹਿਸੂਸ ਕਰਦਾ ਕਿ ਇਸ ਜਿੱਤ ਦਾ ਵੱਡਾ ਕਾਰਨ ਜੀ ਕਿਸਾਨੀ ਅੰਦੋਲਨ ਹੈ। ਜੀ, ਕਿਸਾਨੀ ਅੰਦੋਲਨ ਦੇ ਬਾਰੇ ਆਪਾਂ ਪਹਿਲਾਂ ਵੀ ਬੜੇ ਵਾਰੀ ਜ਼ਿਕਰ ਕਰ ਚੁੱਕੇ ਹਾਂ ਅਤੇ ਉਹਦਾ ਪ੍ਰਤੱਖ ਸਬੂਤ ਜਿਹੜੇ ਇਹ ਚੋਣ ਨਤੀਜੇ ਜੀ। ਅਸੀਂ ਪਹਿਲਾਂ ਹੀ ਇਹ ਦਾਅਵਾ ਕਰਦੇ ਆ ਰਹੇ ਸੀ ਕਿ ਇਹ ਜਿਹੜਾ ਹੈਗਾ ਅੰਦੋਲਨ, ਇਹ ਸਿਰਫ ਤੇ ਸਿਰਫ ਕਿਸਾਨਾਂ ਦਾ ਅੰਦੋਲਨ ਨਹੀਂ, ਇਹ ਆਮ ਲੋਕਾਂ ਦਾ ਅੰਦੋਲਨ ਬਣ ਗਿਆ। ਜਨ ਅੰਦੋਲਨ ਬਣ ਗਿਆ। ਇਹਨੂੰ ਅਸੀਂ ਜਨ ਅੰਦੋਲਨ ਕਹਾਂਗੇ, ਕਿਉਂਕਿ ਇਹ ਜਿਹੜੀਆਂ ਚੋਣਾਂ ਹੋਈਆਂ ਜੀ, 7 ਤਾਂ ਜਿਹੜੀਆਂ ਨਗਰ ਨਿਗਮਾਂ 8 ਹੀ ਹੋ ਗਈਆਂ। 8 ਮਿਊਨਿਸਪਲ ਕਾਰਪੋਰੇਸ਼ਨਾਂ ਦੀਆਂ ਚੋਣਾਂ ਹੋਈਆਂ ਅਤੇ 8 ਦੇ ਵਿੱਚ ਹੀ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕਰ ਲਈ ਜੀ। 7 ਦੇ ਰਿਜ਼ਲਟ ਕੱਲ੍ਹ ਆ ਗਏ ਸੀ, 8ਵੀਂ ਮੋਹਾਲੀ ਦਾ ਆ ਗਿਆ ਅੱਜ ਜੀ। ਔਰ ਜਿਹੜੀਆਂ ਹੈਗੀਆਂ 109 ਨਗਰ ਕੌਂਸਲਾਂ ਤੇ ਪੰਚਾਇਤਾਂ ਜੀ, ਇਹਨਾਂ ਦੇ ਰਿਜ਼ਲਟਾਂ ਨੂੰ ਜੇ ਦੇਖੀ, ਇਹ ਕਿੱਥੋਂ ਦੇ, ਇਹ ਸੈਮੀ ਜਿਹੜੇ ਹੈਗੇ ਸ਼ਹਿਰੀ ਜੀ ਜਾਂ ਪੂਰੇ ਸ਼ਹਿਰੀ ਇਲਾਕਿਆਂ ਦੀਆਂ ਚੋਣਾਂ ਹੈ। ਇਹਨਾਂ ਨੂੰ ਅਸੀਂ ਪਿੰਡਾਂ ਦੀਆਂ ਚੋਣਾਂ ਨਹੀਂ ਕਹਿ ਸਕਦੇ। ਪਿਛਲੇ ਦਿਨਾਂ ਦੇ ਵਿੱਚ ਆਪਾਂ ਵੀ ਡਿਸਕਸ ਕੀਤਾ ਸੀ, ਸਾਡੇ ਕੁਝ ਸਰੋਤਿਆਂ ਨੇ ਵੀ ਇਸ ਗੱਲ ਦੇ ਉੱਤੇ ਸਵਾਲ ਉਠਾਇਆ ਸੀ ਕਿ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉਦੋਂ ਇਹ ਚੋਣਾਂ ਕਰਾਉਣੀਆਂ ਜ਼ਰੂਰੀ ਨਹੀਂ ਸੀ ਜੀ। ਮੈਂ ਵੀ ਉਦੋਂ ਇਹਦੇ ਨਾਲ ਸਹਿਮਤ ਸੀ, ਲੇਕਿਨ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁਣ ਜਦੋਂ ਸਾਹਮਣੇ ਆ ਗਿਆ, ਮੈਂ ਸਮਝਦਾ ਜ਼ਰੂਰੀ ਸੀ ਤਾਂ ਕਿ ਸਿਆਸਤਦਾਨਾਂ ਨੂੰ ਸਬਕ ਮਿਲ ਜੇ ਕਿ ਗੱਲ ਕਿੱਧਰ ਨੂੰ ਜਾ ਰਹੀ ਹੈ। ਫਸਟ ਆਫ ਆਲ ਆਪਾਂ ਤੁਸੀਂ ਦੇਖੋ ਵੀ ਕਿਸਾਨੀ ਅੰਦੋਲਨ ਦਾ ਇਹਦੇ ਤੇ ਅਸਰ ਕਿਵੇਂ ਹੈ। ਸ਼ੁਰੂ ਦੇ ਵਿੱਚ ਜਦੋਂ 3 ਆਰਡੀਨੈਂਸ ਆਏ ਹੈ ਜੀ, ਸ਼੍ਰੋਮਣੀ ਅਕਾਲੀ ਦਲ ਡਟ ਕੇ ਉਹਨਾਂ ਆਰਡੀਨੈਂਸਾਂ ਦੇ ਹੱਕ 'ਚ ਖੜਾ ਸੀ। ਪੂਰੀ ਵਕਾਲਤ ਕੀਤੀ। ਉਹਨਾਂ ਦੇ ਜਿਹੜੇ ਸਪੋਕਸ ਪਰਸਨਸ ਹੈ ਉਹਨਾਂ ਤੋਂ ਲੈ ਕੇ ਸੀਨੀਅਰ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੱਕ ਤੋਂ ਕਹਾਇਆ ਗਿਆ ਕਿ ਇਹ ਕਾਨੂੰਨ ਬਹੁਤ ਵਧੀਆ। ਫਿਰ ਇੱਕ ਸਮਾਂ ਉਹ ਆਇਆ ਜਦੋਂ ਇਹਨਾਂ ਆਰਡੀਨੈਂਸਾਂ ਨੂੰ ਕਾਨੂੰਨ ਬਣਾਉਣ ਦੇ ਵਿੱਚ ਤਬਦੀਲ ਕੀਤਾ ਸੀ, ਬਿੱਲ ਲਿਆਂਦੇ ਜੀ। ਬਿੱਲਾਂ ਤੋਂ ਪਹਿਲਾਂ ਤੁਸੀਂ ਦੇਖੋ ਸਥਿਤੀ ਕੀ ਸੀ ਪੰਜਾਬ ਦੀ। ਘੋਲ ਸ਼ੁਰੂ ਹੋ ਗਿਆ ਸੀ ਤੇ ਕਿਸਾਨ ਅੰਦੋਲਨ ਮੱਗ ਪਿਆ ਸੀ ਜੀ। ਮਗਨ ਵੇਲੇ 2 ਥਾਵਾਂ ਦੇ ਉੱਤੇ ਵੱਡੇ ਧਰਨੇ ਲੱਗੇ ਸੀ ਔਰ ਉਹ ਧਰਨੇ ਲਾਏ ਸੀ BKU ਉਗਰਾਹਾਂ ਵੱਲੋਂ ਜੀ। ਇੱਕ ਪਟਿਆਲੇ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ 'ਚ ਜੀ, ਤੇ ਦੂਜਾ ਬਾਦਲ ਪਿੰਡ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਅੱਗੇ। ਇਸ ਅੰਦੋਲਨ ਦਾ ਜਦੋਂ ਸੇਕ ਪਹੁੰਚਣ ਲੱਗਿਆ ਥੋੜਾ ਤੇ ਫਿਰ ਇਹ ਮਹਿਸੂਸ ਹੋਇਆ ਕਿ ਅਸੀਂ ਤਾਂ ਗਲਤ ਫੈਸਲਾ ਲੈ ਬੈਠੇ ਜੀ। ਪੈਂਤੜਾ ਸਾਡਾ ਗਲਤ ਹੈ ਤੇ ਗਲਤ ਪੈਂਤੜਾ ਸਾਨੂੰ ਚੇਂਜ ਕਰਨਾ ਪੈਣਾ। ਉਹ ਗਲਤ ਪੈਂਤੜਾ ਉਦੋਂ ਚੇਂਜ ਕੀਤਾ ਜਦੋਂ ਪਾਰਲੀਮੈਂਟ ਦੇ ਵਿੱਚ ਬਿੱਲ ਇੰਟਰੋਡਿਊਸ ਹੋ ਗਿਆ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਜੀ ਅਸੀਂ ਤਾਂ ਬਾਹਰ ਆ ਰਹੇ ਹਾਂ ਸਰਕਾਰ ਚੋਂ, ਅਸੀਂ ਇਹਨਾਂ ਬਿੱਲਾਂ ਦੀ ਮੁਖਾਲਫਤ ਕਰਾਂਗੇ। ਉਹ ਤੋਂ ਪਹਿਲਾਂ ਮਤਲਬ ਜਿਹੜਾ ਹੈਗਾ ਇਹ ਗੱਲ ਸੁਣਨ ਨੂੰ ਤਿਆਰ ਨਹੀਂ ਸੀਗੀ। ਚਲੋ ਇਹ ਸਾਰਾ ਕੁਛ ਕਰ ਲਿਆ, ਬਾਹਰ ਆ ਗਏ। ਬਾਹਰ ਆਉਣ ਨਾਲ ਬਸ ਇਹਨਾਂ ਨੂੰ ਇੰਨੀ ਕੁ ਰਿਲੀਫ ਮਿਲੀ ਹੈ ਜੀ ਕਿ ਜਿੱਥੇ ਕਿਤੇ ਵੀ ਅਕਾਲੀ ਦਲ ਦੇ ਲੀਡਰ ਜਾਂਦੇ ਆ ਇਹਨਾਂ ਦਾ ਵਿਰੋਧ ਨਹੀਂ ਹੁੰਦਾ। ਲੇਕਿਨ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਜੀ ਇਹ ਕਾਨੂੰਨ ਲਿਆਂਦੇ ਸੀ, ਉਹਨਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦੇ ਰਹੇ ਲੋਕ, ਉਹਨਾਂ ਦੇ ਥਾਂ ਘਰਾਓ ਹੁੰਦੇ। ਪਰ ਜਿਹੜਾ ਜਨਤਾ ਜਨਾਰਦਨ ਹੈ ਜੀ, ਜਿਹਨੂੰ ਅਸੀਂ ਵੋਟਰ ਭਗਵਾਨ ਕਹਿੰਦੇ ਆ, ਬੜਾ ਸੁਚੇਤ ਹੈ ਜੀ। ਸਿਆਸਤਦਾਨਾਂ ਨਾਲੋਂ ਕਿਤੇ ਉੱਤੋਂ ਦੀ ਹੈ। ਦਨੇਲੀਆ ਸਾਹਿਬ, ਮੇਰਾ ਤਜਰਬਾ ਭਾਰਤ ਦੇ ਵੋਟਰਾਂ ਬਾਰੇ ਇੱਕ ਇਹ ਹੈ ਜੀ ਕਿ ਜਦੋਂ ਤੱਕ ਪੈਂਦੀ ਹੈ ਕੁੱਟ, ਇਹ ਕੁੱਟ ਬਰਦਾਸ਼ਤ ਕਰੀ ਜਾਂਦੀ ਜੀ। ਲੇਕਿਨ ਜਦੋਂ ਭਾਰਤ ਦੇ ਲੋਕਾਂ ਨੂੰ ਆਪਣਾ ਗੁੱਬ ਗਵਾਟ ਕੱਢਣ ਦਾ ਮੌਕਾ ਮਿਲਦਾ ਹੈ ਵੋਟ ਦੇ ਰੂਪ 'ਚ ਜੀ, ਉਦੋਂ ਵੱਡੇ ਵੱਡੇ ਤਾਨਾਸ਼ਾਹਾਂ ਦੇ ਚੌਂਟੇ ਚਕਾਦੇ ਜਦੋਂ ਮੌਕਾ ਮਿਲਦਾ ਹੈ। 1975 'ਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, 2 ਸਾਲਾਂ ਬਾਅਦ ਐਮਰਜੈਂਸੀ ਚੱਕੀ ਤੇ ਇਲੈਕਸ਼ਨ ਕਰਵਾਤੀ ਜੀ। ਉਹਨਾਂ ਇਲੈਕਸ਼ਨਾਂ ਦੇ ਵਿੱਚ ਇੰਦਰਾ ਗਾਂਧੀ ਤੇ ਕਾਂਗਰਸ ਦੇ ਪਰਖ 'ਚ ਲੋਕਾਂ ਨੇ ਕਿਵੇਂ ਉਡਾਏ ਸੀ ਆਪਣੇ ਸਾਹਮਣੇ, ਪਤਾ ਜੀ। ਬਿਲਕੁਲ
ਆਪਣੇ ਸਾਹਮਣੇ ਸਭ ਕੁਝ ਕਿ ਇੰਦਰਾ ਗਾਂਧੀ ਵੀ ਹਾਰ ਗਈ, ਸੰਜੇ ਗਾਂਧੀ ਵੀ ਹਾਰ ਗਿਆ ਤੇ ਕਾਂਗਰਸ ਪਾਰਟੀ ਵੀ ਹਾਰ ਗਈ ਸੀ ਜੀ। ਕਿਉਂਕਿ ਲੋਕਾਂ ਨੇ ਜਦੋਂ ਕੁੱਟ ਪੈਂਦੀ ਸੀ ਸਹੀ, ਜਦੋਂ ਵੋਟ ਪਾਉਣ ਦਾ ਮੌਕਾ ਆਇਆ ਉਦੋਂ ਉਹਨਾਂ ਨੇ ਤਾਨਾਸ਼ਾਹੀ ਨੂੰ ਉਲਟਾਤਾ ਸੀ ਜੀ। ਸੇਮ ਪੋਜੀਸ਼ਨ ਹੁਣ ਤੁਸੀਂ ਇੱਥੇ ਦੇਖ ਲਓ। ਜੇ ਕਿਸਾਨ ਅੰਦੋਲਨ ਦਾ ਇਹ ਅਸਰ ਸੀ ਜੀ ਔਰ ਅਕਾਲੀ ਦਲ ਵਾਲਿਆਂ ਨੇ ਕਾਨੂੰਨਾਂ ਦੀ ਪਹਿਲਾਂ ਹਮਾਇਤ ਕੀਤੀ, ਬਾਅਦ ਦੇ ਵਿੱਚ ਭਾਵੇਂ ਖਿਲਾਫ ਖੜ ਗਏ, ਪਰ ਲੋਕਾਂ ਨੂੰ ਮੌਕਾ ਮਿਲ ਗਿਆ ਕਿ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਤੇ ਉਹਨਾਂ ਨੇ ਸਬਕ ਸਿਖਾਤਾ। ਹੁਣ ਭਾਵੇਂ 5 ਜਿਹੜੀਆਂ ਨਗਰ ਪੰਚਾਇਤਾਂ ਜਾਂ ਕੌਂਸਲਾਂ ਤੇ ਕਬਜ਼ਾ ਹੋ ਗਿਆ ਅਕਾਲੀ ਦਲ ਦਾ, 109 ਦੇ ਵਿੱਚੋਂ ਤੇ 104 ਦੇ ਵਿੱਚ ਹੁੰਜਾ ਫੇਰਨਾ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਇਹ ਕਹਿ ਰਹੇ ਕਿ ਹਾਂਜੀ ਸਾਡੇ ਵਾਸਤੇ ਤਸੱਲੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਮੁੱਖ ਵਿਰੋਧੀ ਧਿਰ ਸੀ, ਉਹ ਸਾਥੋਂ ਵੀ ਖਿਸਕ ਕੇ ਕਹਿੰਦੇ ਅਸੀਂ ਜਿਹੜੀ ਹੈਗੀ ਹੁਣ ਸ਼ਹਿਰਾਂ ਦੇ ਵਿੱਚ ਮੁੱਖ ਵਿਰੋਧੀ ਧਿਰ ਬਣ ਗਈ। ਨਹੀਂ ਜੀ ਨਹੀਂ, ਢਿੱਲੋਂ ਸਾਹਿਬ ਮੈਨੂੰ ਜਾਂ ਤਾਂ ਗਲਤ ਨਾ ਹੋਵੇ, ਆਮ ਆਦਮੀ ਪਾਰਟੀ ਕੁਝ % ਦੇ ਨਾਲ ਪੁਆਇੰਟਾਂ ਦੇ ਵਿੱਚ ਅਕਾਲੀ ਦਲ ਤੋਂ ਉੱਪਰ ਹੈ, ਦੂਜੇ ਨੰਬਰ ਤੇ। ਉਹ ਤਾਂ ਵੋਟ ਪਰਸੈਂਟੇਜ ਦੇ ਲਿਹਾਜ਼ ਨਾਲ ਇਹ ਵੋਟ ਪਰਸੈਂਟੇਜ ਨਹੀਂ, ਇਹ ਤਾਂ ਇਹਦਾ ਹੈ ਕਿ ਸਾਡਾ ਕਬਜ਼ਾ ਕਿੰਨਾ ਹੋ ਗਿਆ। ਅੱਛਾ, ਸਾਡਾ ਕਬਜ਼ਾ ਕਿੰਨੀਆਂ ਮਤਲਬ ਜਿਹੜੀਆਂ ਹੈਗੀਆਂ ਪੰਚਾਇਤਾਂ ਤੇ ਹੋਇਆ, ਇਹਨਾਂ ਦਾ ਇਹ ਕਹਿੰਦੇ ਜੀ ਕੌਂਸਲਾਂ ਜਾਂ ਪੰਚਾਇਤਾਂ ਦੇ ਨਗਰ ਪੰਚਾਇਤਾਂ ਜਾਂ ਨਗਰ ਕੌਂਸਲਾਂ 5 ਤੇ ਹੋ ਗਿਆ। ਜੀ ਜੀ। ਹੁਣ 5 ਦੇ ਵਿੱਚ ਤੁਸੀਂ ਦੇਖ ਲਓ ਸਾਡੀ ਸੰਗਤ ਮੰਡੀ ਵੀ ਆਉਂਦੀ ਹੈ ਤੇ ਸੰਗਤ ਮੰਡੀ ਦੀ ਹਾਲਤ ਜਿਹੜੀ ਹੈਗੀ ਆ ਉਹ ਇੱਕ ਵੱਡੇ ਪਿੰਡ ਨਾਲੋਂ ਮਾੜੀ ਹੈ ਬਿਲਕੁਲ, ਕਹਿਣ ਨੂੰ ਮੰਡੀ ਆ। ਸਾਡਾ ਪੱਕਾ ਕਲਾਂ ਪਿੰਡ ਹੈ, ਉਹਦਾ ਪਤਾ ਹੀ ਨਹੀਂ ਲੱਗਦਾ ਵੀ ਹੈ ਕੀ। ਪੱਕਾ ਕਲਾਂ ਪਿੰਡ ਹੈ, ਉਹਦੀ ਵੋਟ ਮੇਰੇ ਖਿਆਲ ਸੰਗਤ ਨਾਲੋਂ ਵੱਧ ਹੈ। ਤੇ ਜੇ ਮਹਾਰਾਜ ਦੀ ਗੱਲ ਕਰ ਲਈਏ, ਭਿੱਖੀ ਦੀ ਗੱਲ ਕਰ ਲਈਏ, ਲੌਂਗੋਵਾਲ ਦੀ ਗੱਲ ਕਰ ਲਈਏ ਤਾਂ ਹੈ ਤਾਂ ਪਿੰਡ ਉਹ, ਪਰ ਵੱਧ ਨੇ, ਪਰ ਉਹ ਵੱਧ ਹੈਗੀ। ਸੰਗਤ ਮੰਡੀ ਛੋਟੀ ਹੈ, ਸੰਗਤ ਮੰਡੀ ਹੈ, ਪਰ ਇਹ ਤਸੱਲੀ ਵਾਸਤੇ ਹੋ ਗਿਆ ਜੀ ਅਸੀਂ ਸੰਗਤ ਮੰਡੀ ਚ ਆ ਗਏ। ਹੁਣ ਇਹਦੇ ਨਾਲ ਤੁਸੀਂ ਹੋਰ ਦੇਖੋ, ਜੇ ਇਹਨਾਂ ਨੂੰ ਇਸ ਗੱਲ ਦੀ ਤਸੱਲੀ ਹੈ ਤੇ ਫਿਰ ਤਾਂ ਦਾਨੇਵਾਲ ਸਾਹਿਬ ਗਾਂ ਇੱਕ ਹੋਰ ਗੱਲ ਦੀ ਤਸੱਲੀ ਵੀ ਹੁੰਦੀ ਹੈ ਜੀ। ਕਾਮਰੇਡਾਂ ਨਾਲੋਂ ਤਾਂ ਫਿਰ ਕਿਸੇ ਨੂੰ ਵੱਧ ਤਸੱਲੀ ਹੋਈ ਨਹੀਂ ਸਕਦੀ। ਜੋਗੇ ਵਾਲੀ ਨਹੀਂ, ਪੰਜਾਬ ਦੀਆਂ 109 ਦੇ ਵਿੱਚੋਂ ਇੱਕ ਉਹ ਵੀ ਜਿੱਤ ਗਏ ਜੋਗੇ ਵਾਲੀ। ਕਿਉਂ ਜਿੱਤੇ ਉਹਦਾ ਵੀ ਕਾਰਨ ਹੈ, ਕਿਉਂਕਿ ਜਿਵੇਂ ਹੁਣ ਕਿਹਾ ਜਾਂਦਾ ਕਿ ਕਿਸਾਨ ਅੰਦੋਲਨ ਦੇ ਪਿੱਛੇ ਕਾਮਰੇਡ ਹੈ। ਜੇ ਕਾਮਰੇਡ ਕਿਸਾਨ ਅੰਦੋਲਨ ਦੇ ਪਿੱਛੇ ਖੜੇ ਹੈ ਤੇ ਲੋਕਾਂ ਨੇ ਉਹਨਾਂ ਦਾ ਮੁੱਲ ਵੀ ਪਾਇਆ। ਜੋਗਾ ਪਿੰਡ ਉਹ ਪਿੰਡ ਹੈ ਜਿਸ ਪਿੰਡ ਨੇ ਜਗੀਰ ਸਿੰਘ ਜੋਗਾ ਵਰਗਾ ਇੱਕ ਦੇਸ਼ ਭਗਤ ਪੈਦਾ ਕੀਤਾ ਸੀ। ਜੀ ਜੀ। ਜਿਸ ਬੰਦੇ ਦੀ ਜੰਗੇ ਆਜ਼ਾਦੀ ਦੀ ਕੈਦ 20 ਸਾਲ ਸੀ ਔਰ ਲੋਕਾਂ ਨੇ 20 ਸਾਲ ਉਹਨੂੰ ਮਾਨਤਾਨ ਬਖਸ਼ਿਆ, ਉਹਨੂੰ ਬਣਾਇਆ ਐਮਐਲਏ। ਹਾਂਜੀ। ਉਸ ਬੰਦੇ ਨੇ ਪਹਿਲਾਂ ਮੁਜ਼ਾਰਾ ਮੂਵਮੈਂਟ ਦੇ ਆਗੂ ਦੇ ਰੂਪ ਵਿੱਚ ਮੁਜ਼ਾਰਿਆਂ ਵਾਸਤੇ ਲੜਾਈ ਲੜੀ। ਬਾਅਦ ਦੇ ਵਿੱਚ ਜਦੋਂ ਐਮਐਲਏ ਬਣ ਗਿਆ, ਵਿਧਾਇਕ ਬਣ ਕੇ ਕਾਨੂੰਨ ਬਣਵਾਇਆ ਜੀ ਕਿ ਜਿਹੜੀ ਹੈ ਇਹਨਾਂ ਨੂੰ ਮੁਜ਼ਾਰਿਆਂ ਨੂੰ ਮਾਲਕੀ ਦਾ ਹੱਕ ਦਿੱਤਾ ਜਾਵੇ। 1 ਪੈਸਾ 1 ਏਕੜ ਦਾ ਇਹੋ ਜਿਹਾ ਕੁਝ ਮੁਆਵਜ਼ਾ ਪਾਇਆ ਸੀ। ਇਹ ਮੁਆਵਜ਼ਾ ਪਵਾ ਕੇ ਦਵਾਇਆ ਸੀ। ਸੋ ਉਸ ਪਿੰਡ ਦੇ ਵਿੱਚ ਜਿਹੜੇ ਹੈਗੇ ਕਾਮਰੇਡਾਂ ਦੀ ਪੰਚਾਇਤ ਬਣ ਗਈ। ਫਿਰ ਆਪਾਂ ਇਹ ਵੀ ਕਹਿ ਦਈਏ ਅਕਾਲੀ ਦਲ ਦੇ 5ਵੇਂ ਹਿੱਸੇ ਤਾਂ ਉਹ ਵੀ ਆ ਕੇ ਅਕਾਲੀ ਦਲ ਦੇ। ਜੀ ਜੀ। ਆਮ ਆਦਮੀ ਪਾਰਟੀ ਵੀ ਉਦੋਂ ਪਿਛਾਂਹ ਰਹਿ ਗਈ ਤੇ ਫਿਰ ਭਾਰਤੀ ਜਨਤਾ ਪਾਰਟੀ ਵੀ। ਸੋ ਜੇ ਆਪਾਂ ਦੇਖੀਏ ਕਿ ਸੀਟਾਂ ਇਹਨਾਂ ਕੋਲ 5 ਆ, ਪਰ 109 ਦੇ ਵਿੱਚੋਂ 5 ਦੀ ਕੋਈ ਬੁੱਕਤ ਨਹੀਂ, ਕਿੰਨੀ ਪਰਸੈਂਟੇਜ ਕੀ ਹੈ। ਇਹ ਜਿਹੜੇ ਹਾਸ਼ੀਏ ਤੇ ਚਲੀ ਗਈ। ਰਹੀ ਗੱਲ ਭਾਰਤੀ ਜਨਤਾ ਪਾਰਟੀ ਦੀ, ਜੀ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਖਮਿਆਜਾ ਭੁਗਤਣਾ ਪਿਆ, ਮੇਰਾ ਖਿਆਲ ਹੈ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਨਾਲ ਪੰਜਾਬ ਦੇ ਵਿੱਚ ਹੋਈ ਹੈ ਕਿਸੇ ਨਾਲ ਵੀ ਨਹੀਂ ਹੋਈ। ਭਾਰਤੀ ਜਨਤਾ ਪਾਰਟੀ ਦੀ ਇੱਕ ਸੋਚੀ ਸਮਝੀ ਯੁੱਧ ਨੀਤੀ ਸੀ ਜੀ ਕਿ ਇਹਨਾਂ ਕਾਨੂੰਨਾਂ ਦੇ ਨਾਂ ਦੇ ਉੱਤੇ ਪੋਲਰਾਈਜੇਸ਼ਨ ਕੀਤੀ ਜਾਵੇ। ਜੇ ਅਸ਼ਵਨੀ ਸ਼ਰਮਾ, ਸ਼ਵੇਤ ਮਲਿਕ, ਤੀਕਸ਼ਣ ਸੂਦ ਜੀ ਇਹ ਮਾੜੇ ਹਾਲਾਤਾਂ ਦੇ ਵਿੱਚ ਵੀ ਪ੍ਰਚਾਰ ਕਰਨ ਵਾਸਤੇ ਆਉਂਦੇ ਰਹੇ, ਨੁੱਕੜ ਮੀਟਿੰਗਾਂ ਕਰਦੇ ਸੀ, ਤਾਂ ਇਹ ਤੁਹਾਡੀ ਪੋਲੀਟੀਕਲੀ ਔਰ ਕਮਿਊਨਲੀ ਪੋਲਰਾਈਜ਼ ਕਰਦੇ ਸੀ ਕਿ ਹਿੰਦੂ ਭਾਈਚਾਰੇ ਨੂੰ ਨਾਲ ਜੋੜਿਆ ਜਾਵੇ ਜੀ। ਹੋਟਲਾਂ 'ਚ ਮੀਟਿੰਗਾਂ ਕਰਨੀਆਂ, ਘਰਾਂ 'ਚ ਮੀਟਿੰਗਾਂ ਕਰਨੀਆਂ, ਲੇਕਿਨ ਜਿਹੜੇ ਰਿਜ਼ਲਟ ਆਏ ਆ, ਰਿਜ਼ਲਟ ਇਹ ਦੱਸਦੇ ਆ ਕਿ ਲੋਕਾਂ ਨੇ ਇਹਨਾਂ ਦੀ ਇਸ ਨੀਤੀ ਨੂੰ ਤੇ ਇਹਨਾਂ ਦੀ ਖੋਟੀ ਨੀਤ ਨੂੰ ਜੀ ਰੱਦ ਕਰ ਦਿੱਤਾ। ਉਹਨਾਂ ਨੇ ਪੂਰੀ ਤਰ੍ਹਾਂ ਮੰਜ ਕੇ ਰੱਖਤਾ। 2 ਪਾਰਟੀਆਂ ਇਹ ਮੰਜੀਆਂ ਗਈਆਂ। ਰਹੀ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦਾ ਦੁਖਾਂਤ ਇਹ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ 2 ਸਟੇਟਾਂ ਦੇ ਵਿੱਚ ਹੀ ਹੈ ਉਹਦਾ ਆਧਾਰ। ਜੀ ਜੀ। ਇੱਕ ਪੰਜਾਬ ਦੇ ਵਿੱਚ ਹੈ ਤੇ ਦੂਜਾ ਦਿੱਲੀ 'ਚ। ਦਿੱਲੀ ਦੇ ਵਿੱਚ ਭਾਵੇਂ ਸਰਕਾਰ ਬਣ ਗਈ, ਲੇਕਿਨ 2014 ਦੀ ਜੇ ਪਾਰਲੀਮੈਂਟ ਦੀ ਆਪਾਂ ਪਰਫਾਰਮੈਂਸ ਦੇਖੀਏ ਜੀ ਤਾਂ ਉਸ ਲਿਹਾਜ਼ ਨਾਲ ਦਿੱਲੀ ਨਾਲੋਂ ਪੰਜਾਬ ਦੀ ਅਹਿਮੀਅਤ ਵੱਧ ਸੀ। ਲੇਕਿਨ ਬਦਕਿਸਮਤੀ ਇਹ ਜੀ ਕਿ ਜਿਹੜੇ ਅਰਵਿੰਦ ਕੇਜਰੀਵਾਲ ਸਾਹਿਬ ਹੈ, ਇਹ ਅੰਨਾ ਹਜ਼ਾਰੇ ਦੀ ਐਂਟੀ ਕਰਪਸ਼ਨ ਮੂਵਮੈਂਟ ਦੇ ਵਿੱਚੋਂ ਪੈਦਾ ਹੋਏ ਸੀ। ਉਹਦੇ ਵਿੱਚੋਂ ਇਹਨਾਂ ਨੇ ਆਮ ਆਦਮੀ ਪਾਰਟੀ ਬਣਾਈ। ਆਮ ਆਦਮੀ ਪਾਰਟੀ ਬਣਾ ਕੇ ਇਹਨਾਂ ਨੇ ਦਿੱਲੀ ਦੀ ਸਰਕਾਰ ਸੰਭਾਲ ਲਈ। ਇਹਨਾਂ ਦਾ ਜੀ ਕਰਦਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਵੀ ਬਣ। ਇਹਨਾਂ ਨੇ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਦੇ ਖਿਲਾਫ, ਮੋਦੀ ਦੇ ਖਿਲਾਫ ਚੋਣ ਵੀ ਲੜੀ ਸੀ। ਲੇਕਿਨ ਨਾਲ ਇਹਨਾਂ ਦਾ ਜਿਹੜਾ ਇੰਟਰਸਟ ਆ ਉਹ ਦਿੱਲੀ ਵਾਲਾ ਵੀ ਹੈ ਜੀ। ਦਿੱਲੀ ਦੇ ਵਿੱਚ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ, ਉਹਦਾ ਕਰਕੇ ਕਈ ਵਾਰੀ ਜਦੋਂ ਇਹਨਾਂ ਨੇ ਇਹ ਆਪਣੇ ਪੈਂਤੜੇ ਤੋਂ ਥਿੜਕੇ ਹੈ ਜੀ, ਉਹ ਪੈਂਤੜਾ ਇਹਨਾਂ ਦਾ ਕਈ ਵਾਰੀ ਪੰਜਾਬ ਵਿਰੋਧੀ ਵੀ ਰਿਹਾ। ਤੁਸੀਂ ਦੇਖੋ ਪਾਣੀਆਂ ਦੇ ਮਾਮਲੇ 'ਚ
ਇਹਨਾਂ ਨੇ ਕਿਹਾ ਸੀ ਜੀ ਪਾਣੀ ਜਿਹੜੇ ਹੈਗੇ ਸਾਰੀਆਂ ਸਟੇਟਾਂ ਨੂੰ ਮਿਲਣਾ ਚਾਹੀਦਾ। ਪੰਜਾਬ ਦੇ ਕੋਲੇ ਤਾਂ ਆਪਣੇ ਵਰਤਨਯੋਗ ਪਾਣੀ ਹੈ ਨਹੀਂ, ਕਿਹਨੂੰ ਕੀ ਦਊ? ਜੇ ਅਸੀਂ ਰਿਪੇਰੀਅਨ ਲਾ ਦੇ ਮੁਤਾਬਕ ਦੇਖੀ ਤਾਂ ਰਿਪੇਰੀਅਨ ਲਾ ਦੀ ਉਲੰਘਣਾ ਹੁੰਦੀ ਹੈ। ਫਿਰ ਤੁਸੀਂ ਦੇਖੋ ਕਿ ਜਦੋਂ ਫਸਲਾਂ ਦਾ ਨੁਕਸਾਨ ਹੋਇਆ ਜੀ, ਮੁਆਵਜ਼ਾ ਦੇਣ ਦੀ ਗੱਲ ਇਹਨਾਂ ਨੇ ਐਲਾਨ ਕਰਤਾ ਜੀ ਦਿੱਲੀ 'ਚ ਤਾਂ ਅਸੀਂ ਇੰਨਾ ਮੁਆਵਜ਼ਾ ਦਿੰਦੇ, ਲੇਕਿਨ ਜਦੋਂ ਪੰਜਾਬ ਦੇ ਵਿੱਚ 1 ਕਰੋੜ ਰੁਪਇਆ ਪਰਾਲੀ ਨੂੰ ਅੱਗ ਲਾਉਣ ਦਾ ਆ ਗਿਆ ਜੀ ਕਿ ਜੇ ਕਿਸੇ ਨੇ ਅੱਗ ਲਾਈ ਤਾਂ 1 ਕਰੋੜ ਰੁਪਇਆ ਜੁਰਮਾਨਾ ਕਰਾਂਗੇ ਤੇ ਸਜ਼ਾ ਵੀ ਕਰਾਂਗੇ। ਤੇ ਸਭ ਤੋਂ ਪਹਿਲਾਂ ਜਿਹੜੀ ਹੈਗੀ ਉਸ ਕਾਨੂੰਨ ਦੀ ਜਾਂ ਉਸ ਆਰਡੀਨੈਂਸ ਦੀ ਸ਼ਲਾਘਾ ਕਿਹਨੇ ਕੀਤੀ? ਅਰਵਿੰਦ ਕੇਜਰੀਵਾਲ ਨੇ। ਬੁਰਾੜੀ ਦੇ ਵਿੱਚ ਇਹਨਾਂ ਨੇ ਉਹ ਨਿਰੰਕਾਰੀ ਉਹ ਵੀ ਦੇ ਦਿੱਤਾ ਕਿ ਜੀ ਤੁਸੀਂ ਆ ਜਾਓ। ਨਾਲ ਇਹ ਗੱਲ ਕਹਿੰਦੇ ਜੀ ਸਾਥੋਂ ਤਾਂ ਸਟੇਡੀਅਮ ਮੰਗਦੇ ਸੀ, ਅਸੀਂ ਦਿੱਤੇ ਨਹੀਂ ਜੀ ਜੀ। ਦਿੱਲੀ ਸਿੰਘੂ ਬਾਰਡਰ ਦੇ ਉੱਤੇ ਜਾ ਕੇ ਇਹਨਾਂ ਨੇ ਕੁਝ ਫੈਸਿਲਿਟੀ ਦਿੱਤੀਆਂ, ਗੱਲ ਚੰਗੀ ਹੈ ਹਾਂਜੀ। ਲੇਕਿਨ ਸਵਾਲ ਇਹ ਹੈ ਕਿ ਜਿਹੜਾ ਜਿਹਨੂੰ ਅਸੀਂ ਕਿਸਾਨ ਕਹਿ ਦਿੰਦੇ ਅੱਜ ਦਾ ਕਿਸਾਨ ਉਹ ਕਿਸਾਨ ਨਹੀਂ ਰਿਹਾ। ਅੱਜ ਦਾ ਕਿਸਾਨ ਬਹੁਤ ਸੁਚੇਤ ਹੈ। ਹੁਣ ਇਹਨਾਂ ਕਿਸਾਨਾਂ ਦੀ ਜਿਹੜੀ ਉੱਥੇ ਦਿੱਲੀ ਬੈਠੇ ਧਰਨੇ ਤੇ ਉੱਥੇ ਬਕਾਇਦਾ ਉਹਨਾਂ ਦੀ ਸਕੂਲਿੰਗ ਵੀ ਹੁੰਦੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਲੀਡਰ ਬੋਲਦੇ ਹੈ ਉਹ ਸਕੂਲਿੰਗ ਹੀ ਕਰਦੇ। ਸਕੂਲਿੰਗ ਹੈ, ਕੱਲੀ ਚੀਜ਼ ਜਿਹੜੀ ਉਹਨਾਂ ਦੀ ਕੰਠ ਹੈ, ਉਹ ਕੱਲੇ ਨਾਰੇ ਲਵਾ ਕੇ ਨਹੀਂ ਹਟ ਜਾਂਦੇ। ਕੱਲੀ ਚੀਜ਼ ਉਹਨਾਂ ਦੀ ਕੰਠ ਹੈ। ਉਹਨਾਂ ਨੂੰ ਪਤਾ ਕਿ ਕਿਹੜੀ ਪਾਰਟੀ ਨੇ ਸਾਡੇ ਨਾਲ ਕੀ ਕੀਤਾ ਤੇ ਕਿਹੜੀ ਪਾਰਟੀ ਨਾਲ ਕੀ ਕੀਤਾ। 2 ਪਾਰਟੀਆਂ ਪਹਿਲੀਆਂ ਹੋਈਆਂ ਤੇ ਤੀਜੀ ਪਾਰਟੀ ਇਹ ਹੁੰਦੀ ਹੋ ਗਈ। ਮੇਰਾ ਇਹ ਮੰਨਣਾ ਹੈ ਕਿ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੈ ਜੀ ਕਿ ਕਾਂਗਰਸ ਪਾਰਟੀ ਨੂੰ ਐਡੀ ਤਕੜੀ ਮੈਜੋਰਿਟੀ ਮਿਲੀ ਹੈ। 8 ਦੀਆਂ 8 ਕਾਰਪੋਰੇਸ਼ਨਾਂ ਉਹਨਾਂ ਦੇ ਕਬਜ਼ੇ ਚਲ ਗਈਆਂ ਜੀ। ਔਰ ਉਹਦੇ ਵਿੱਚੋਂ ਆਪਾਂ 2-3 ਦੀ ਹੋਰ ਗੱਲ ਕਰ ਲਈਏ। ਲੋਕਾਂ ਨੇ ਕੱਲੇ ਲੀਡਰਾਂ ਨੂੰ ਵੀ ਦੇਖਿਆ ਜੀ। ਕੱਲ ਵੀ ਆਪਾਂ ਗੱਲ ਕੀਤੀ ਸੀ, ਪਰ ਕੱਲ ਥੋੜੀ ਜਿਹੀ ਅਧੂਰੀ ਰਹਿ ਗਈ ਸੀ। ਹੁਣ ਤੁਸੀਂ ਦੇਖੋ ਜੀ ਬਟਾਲਾ ਜੀ, ਬਟਾਲੇ ਦੇ ਵਿੱਚ ਕਦੇ ਭਾਰਤੀ ਜਨਤਾ ਪਾਰਟੀ ਦਾ ਬੋਲਬਾਲਾ ਹੁੰਦਾ ਸੀ ਸਾਫ਼। ਅਬੋਰ ਜਾਖੜ ਸਾਹਿਬ ਹਾਰ ਗਏ ਸੀ, ਬੀਜੇਪੀ ਦਾ ਐਮਐਲਏ ਬੀਜੇਪੀ ਦਾ ਐਮਐਲਏ ਪੀ ਜਾਏ 2.5 ਕਿਲੋ ਦਾ ਹੱਥ ਤੇ ਨਲਕਾ ਗੁਰਦਾਸਪੁਰ, ਉਹ ਨਲਕਾ ਪਤਾ ਹੀ ਨਹੀਂ ਕਿੱਥੇ ਲਾਇਆ ਸੀ, ਕਿੱਧਰ ਨੂੰ ਉੱਡ ਗਿਆ। ਇੱਕ ਵੀ ਸੀਟ ਨਹੀਂ ਬੀਜੇਪੀ ਦੇ ਨੂੰ ਉੱਥੇ ਆਈ ਜੀ। ਪਠਾਨਕੋਟ ਸਾਰਾ ਕੁਝ ਸਾਫ਼, ਗੜ ਹੁਸ਼ਿਆਰਪੁਰ ਉਹ ਵੀ ਸਾਫ਼। ਇਹ ਦੱਸੋ ਕਿ ਕਿਤੋਂ ਕਿ ਜਿਹੜੇ ਜਿਨ੍ਹਾਂ ਲੀਡਰਾਂ ਨੇ ਇਹਨਾਂ ਕਾਨੂੰਨਾਂ ਦੀ ਹਮਾਇਤ ਕੀਤੀ ਹੈ, ਕਿਸੇ ਨੂੰ ਕੁਛ ਮਾੜਾ ਮੋਟਾ ਪਿਆ ਪੱਲੇ ਜੀ? ਲੋਕਾਂ ਨੇ ਐਨ ਦਿਖਾਤਾ ਚਿੱਟੇ ਆ ਚੱਕੋ ਵੀ ਥੋੜੀ ਹੈਸੀਅਤ ਹੈ। ਪਰ ਇਹਦੇ ਚ ਜੇ ਆਪਾਂ ਦੇਖੀ ਕਾਂਗਰਸ ਪਾਰਟੀ ਇਹਨਾਂ ਸਾਰੀਆਂ ਥਾਵਾਂ ਤੇ ਕਿਉਂ ਜਿੱਤੀ ਜੀ? ਬਹੁਤ ਸਾਰੇ ਲੋਕ ਘਟਾ ਕੇ ਦੇਖਦੇ ਸੀ। ਆਪਾਂ ਡੇ 1 ਤੋਂ ਕਹਿੰਦੇ ਸੀ ਤੇ ਆਪਾਂ ਜਨਤਕ ਤੌਰ ਤੇ ਕਦੇ ਇਹ ਗੱਲ ਕਹੀ ਨਹੀਂ ਸੀ ਕਿ ਇਸ ਅੰਦੋਲਨ ਦੀ ਜੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ, ਇਹਦਾ ਉਹਨਾਂ ਨੂੰ ਸਿਲਾ ਮਿਲੂਗਾ ਜੀ ਜੀ। ਇਹ ਦੇਖੋ ਡੇ 1 ਤੋਂ ਜਦੋਂ 3 ਕਾਨੂੰਨ ਆਏ ਹੈ, 3 ਕਾਨੂੰਨਾਂ ਦੇ ਖਿਲਾਫ ਸਭ ਤੋਂ ਪਹਿਲਾ ਕਾਨੂੰਨ ਜੇ ਅਸੈਂਬਲੀ ਦੇ ਵਿੱਚ ਆਉਂਦਾ ਤਾਂ ਕਿਹੜੀ ਅਸੈਂਬਲੀ ਚ ਆਉਂਦਾ? ਪੰਜਾਬ ਦੀ ਜੀ। ਪੇਸ਼ ਕਿਹਨੇ ਕੀਤਾ? ਕੈਪਟਨ ਅਮਰਿੰਦਰ ਸਿੰਘ ਨੇ। ਉਹ ਤੋਂ ਪਹਿਲਾਂ ਉਹਨਾਂ ਨੇ ਆਲ ਪਾਰਟੀ ਮੀਟਿੰਗ ਬੁਲਾਈ, ਕਿਸਾਨਾਂ ਦੀਆਂ 2-3 ਮੀਟਿੰਗਾਂ ਕੀਤੀਆਂ, ਪੈਰਲਲ ਕਾਨੂੰਨ ਲਿਆਂਦੇ ਔਰ ਫਿਰ ਗਵਰਨਰ ਨੂੰ ਜਾ ਕੇ ਜਿਹੜੇ ਹੈਗੇ ਆ ਉਹ ਬਿੱਲ ਲੈ ਕੇ ਦਿੱਤੇ ਜਿਹੜੇ ਕਾਨੂੰਨ ਬਣਾਉਣ ਵਾਸਤੇ, ਲਓ ਜੀ ਇਹਨਾਂ ਨੂੰ ਭੇਜ ਦਿਓ ਰਾਸ਼ਟਰਪਤੀ ਕੋਲੇ। ਨਾਲ ਉਹਨਾਂ ਦੇ ਅਕਾਲੀ ਵੀ ਗਏ, ਨਾਲ ਉਹਨਾਂ ਦੇ ਆਮ ਆਦਮੀ ਪਾਰਟੀ ਵਾਲੇ ਵੀ ਗਏ। ਪਰ ਬਾਅਦ ਦੇ ਵਿੱਚ ਜਦੋਂ ਦੇਖਿਆ ਕਿ ਲਾਹਾ ਕਿਤੇ ਕੈਪਟਨ ਨਾ ਲੈ ਜੇ ਜੀ, ਹਿਸਾਬ ਕਿਤਾਬ ਲਾ ਕੇ ਦੇਖਿਆ ਤੇ ਘੰਟੇ ਕੁ ਮਗਰੋਂ ਸਾਰਿਆਂ ਨੇ ਆਪਦੇ ਬਿਆਨ ਬਦਲ ਲਏ ਸੀ। ਉਹਨਾਂ ਬਦਲੇ ਹੋਏ ਬਿਆਨਾਂ ਦਾ ਖਮਿਆਜਾ ਹੁਣ ਭੁਗਤਣਾ ਪਿਆ ਜੀ। ਕਾਂਗਰਸ ਪਾਰਟੀ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਕਿਤੇ ਜ਼ਿਆਦਾ ਹੀ ਕਿਸਾਨਾਂ ਵਾਲੇ ਮਾਮਲੇ ਚੱਲੀ ਜਾਂਦੇ ਜੀ। ਪਰ ਇਹ ਕਿਸਾਨ ਲੀਡਰਸ਼ਿਪ ਦੀ ਜਿਹੜੀ ਹੈ, ਮੈਂ ਸਮਝਦਾ ਇੱਕ ਲਿਆਕਤ ਹੈ, ਉਹਨਾਂ ਦੀ ਸਮਝਦਾਰੀ ਸੀ ਤੇ ਉਹਨਾਂ ਦੀ ਮਿਹਨਤ ਹੈ ਜੀ ਕਿ ਉਹਨਾਂ ਨੇ ਕੱਲੇ ਬੰਦੇ ਦੇ ਦਿਮਾਗ ਦੇ ਵਿੱਚ ਇਹ ਗੱਲ ਉਠਾ ਦਿੱਤੀ ਕਿ ਇਹ ਕਾਨੂੰਨਾਂ ਦੇ ਨਾਲ ਸਾਡੀ ਤਾਂ ਹੋਊਗੀ ਬਰਬਾਦੀ ਤੇ ਤੁਹਾਡੀ ਹੋਣੀ ਆ ਮਹਾ ਬਰਬਾਦੀ। ਤੁਸੀਂ ਅਸੀਂ ਤਾਂ ਉੱਜੜ ਜਾਗੇ, ਤੁਸੀਂ ਲੁੱਟੇ ਪੁੱਟੇ ਜਾਓ, ਤੁਸੀਂ ਤੁਹਾਡੇ ਕੋਲੇ ਰਹਿਣਾ ਹੀ ਕੱਖ ਨਹੀਂ। ਔਰ ਉਹਦਾ ਨਤੀਜਾ ਹੋਇਆ ਕਿ ਸ਼ਹਿਰੀ ਖੇਤਰਾਂ ਦੇ ਵਿੱਚ ਲੋਕਾਂ ਨੇ ਇੰਨੀਆਂ ਵੋਟਾਂ ਉਹਨਾਂ ਨੂੰ ਪਾ ਦਿੱਤੀਆਂ। ਹੁਣ ਤੁਸੀਂ ਇਹ ਦੇਖੋ ਕਿ 53 ਸਾਲਾਂ ਬਾਅਦ ਬਠਿੰਡੇ 'ਚ 50 ਵਾਰਡ ਜੀ, 50 ਵਾਰਡਾਂ ਦੇ ਵਿੱਚੋਂ 47 ਵਾਰਡ ਜਿਹੜੇ ਹੈਗੇ ਤੁਹਾਡੇ 43 ਵਾਰਡ ਜੀ, 43 ਵਾਰਡ ਕਾਂਗਰਸ ਪਾਰਟੀ ਨੂੰ ਜਾਂਦੇ। ਅਕਾਲੀ ਦਲ ਨੂੰ ਕਹਿ ਰਹੇ ਕਿ ਜੀ 7 ਵਾਰਡ ਰਹਿ ਗਏ ਤੇ ਇਹ ਕਿੰਨੇ ਸਮੇਂ ਬਾਅਦ ਕਾਂਗਰਸ ਪਾਰਟੀ ਦਾ ਇੱਥੇ ਅਹੁਦੇਦਾਰ ਚੁਣਿਆ ਜਾ ਰਿਹਾ, ਜਿਹੜਾ ਚੀਫ ਬਣੂਗਾ 53 ਸਾਲਾਂ ਬਾਅਦ। ਸੇਮ ਪੋਜੀਸ਼ਨ ਅਸੀਂ ਦੇਖ ਲਈਏ ਦੂਜੀਆਂ ਸੀਟਾਂ ਦੀ। ਸੋ ਇਹ ਜਿਹੜਾ ਹੈਗਾ ਬਿਲਕੁਲ ਤੁਹਾਡੀ ਗੱਲ ਸਹੀ ਹੈ। ਪਰ ਇਹਦੇ ਵਿੱਚ ਆਪਾਂ ਆਖੀਏ ਕਿ ਦੂਜੇ ਨੰਬਰ ਦੇ ਉੱਤੇ ਵੋਟ ਪ੍ਰਤੀਸ਼ਤ ਦੇ ਵਿੱਚ ਜੀ ਆਮ ਆਦਮੀ ਪਾਰਟੀ ਰਹੀ ਹੈ। ਸ਼ਹਿਰੀ ਖੇਤਰ ਦੇ ਵਿੱਚ ਆਧਾਰ ਅੱਛਾ ਬਣਿਆ। ਹਾਂਜੀ। ਇਹਨੂੰ ਤੁਸੀਂ ਕਿਵੇਂ ਲੈ ਕੇ ਚੱਲਦੇ ਹੋ? ਨਹੀਂ, ਇਹੀ ਤਾਂ ਚੀਜ਼ ਹੈ ਨਾ ਕਿ ਜਿਹੜਾ ਅੱਜ ਤੁਸੀਂ ਬਿਆਨ ਪੜ੍ਹ ਲਓ, ਸੁਖਬੀਰ ਸਿੰਘ ਬਾਦਲ ਦਾ ਬਿਆਨ ਇਹ ਆ ਗਿਆ, ਮਜੀਠੀਆ ਸਾਹਿਬ ਦਾ ਬਿਆਨ ਇਹ ਆ ਗਿਆ ਕਿ ਅਸੀਂ ਜਿਹੜੇ ਨੰਬਰ 2 ਆ। ਅੱਛਾ, ਉਹ ਤਾਂ ਚਲੋ ਗਿਣਤੀ ਉਹ ਨਹੀਂ, ਉਹ ਗਿਣਤੀ ਦੇ ਲਿਹਾਜ਼ ਨਾਲ ਕਹਿੰਦੇ ਨੰਬਰ 2 ਹੈ, ਪਰ ਜਿਹੜੀ ਵੋਟ ਪਰਸੈਂਟੇਜ ਹੈ ਉਹਦਾ ਹੀ ਤਾਂ ਆ ਗਏ ਨਾ। ਵੋਟ ਪਰਸੈਂਟੇਜ ਦੇ ਵਿੱਚੋਂ ਨੰਬਰ 2 ਹੈ। ਇਸ ਕਰਕੇ ਬਹੁਤ ਸਾਰੇ ਚਿੰਤਕਾਂ ਨੂੰ ਕੱਲ ਦਾ ਇਹ ਸੀ ਕਿ ਅਗਲਾ ਮੁਕਾਬਲਾ ਜਿਹੜਾ ਹੈਗਾ ਉਹ ਕਾਂਗਰਸ ਤੇ ਅਕਾਲੀ ਦਲ ਦਾ ਹੋਣਾ। ਲੇਕਿਨ ਸ਼ਹਿਰੀ ਖੇਤਰਾਂ ਦੇ ਵਿੱਚ ਇਹ ਮੁਕਾਬਲਾ ਜਿਹੜਾ ਹੈਗਾ ਆਪ ਨਾਲ ਵੀ ਹੋ ਸਕਦਾ ਜੀ।
ਕਈ ਥਾਵਾਂ ਦੇ ਉੱਤੇ ਦੇਖੀਏ ਤਾਂ ਆਪ ਦੇ ਬੰਦੇ ਆਏ ਵੀ। ਮਿਸਾਲ ਦੇ ਤੌਰ ਤੇ ਆਪਾਂ ਦੇਖੀਏ ਪੁੱਛੋ ਕੰਸਟੀਚੂਸੀ ਹੈ, 2 ਆ ਗਏ, ਨਥਾਣੇ ਦੇ ਵਿੱਚ ਉਹਨਾਂ ਦੇ ਬੰਦੇ ਆ ਗਏ। ਲਹਿਰਾ ਗਾਗਾ ਦੇ ਵਿੱਚ ਵੀ ਕਲੇਸ਼ ਪਈ ਜਾਂਦਾ ਇਸ ਗੱਲ ਨੂੰ ਲੈ ਕੇ ਕਿ ਜੀ ਉੱਥੇ ਰਿਜ਼ਲਟ ਦੇ ਵਿੱਚ ਹੇਰਾ ਫੇਰੀ ਹੋਈ ਹੈ। ਉਹ ਮਿਹਨਤ ਕਰਦੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ, ਲੇਕਿਨ ਉਹਨਾਂ ਨੂੰ ਜਿਹੜੀ ਉਹਨਾਂ ਦੀ ਪਰਫਾਰਮੈਂਸ ਸਿਰੇ ਤੇ ਕਿਉਂ ਨਹੀਂ ਪਹੁੰਚਦੀ, ਉਹਦੇ 2-3 ਕਾਰਨ ਨੇ। ਇੱਕ ਕਾਰਨ ਤਾਂ ਹੈ ਕਿ ਜਦੋਂ ਦਿੱਲੀ ਵਾਲਾ ਇੰਟਰਸਟ ਦੇਖਦੇ ਹੈ ਜੀ, ਜੇ ਪੰਜਾਬ ਦੇ ਵਿੱਚ ਆਪਾਂ ਦੇਖੀਏ ਜੋ ਪੰਜਾਬ ਦੇ ਵਿੱਚ ਸਟੈਂਡ ਕਲੀਅਰ ਨਹੀਂ ਉਹਨਾਂ ਦਾ, ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਜਿਹੜਾ ਦੇਸ਼ ਖਮਿਆਜਾ ਭੁਗਤਣਾ ਪੈਂਦਾ, ਇਹ ਕਿਉਂ? ਉਹ ਇਸ ਕਰਕੇ ਕਿ ਨੈਸ਼ਨਲ ਪਾਲਿਸੀ ਬਣਾ ਲੈਂਦੀ ਹੈ ਕਾਂਗਰਸ ਪਾਰਟੀ, ਪੰਜਾਬ ਦੇ ਹਿੱਤਾਂ ਨੂੰ ਇਗਨੋਰ ਕਰਦੀ। ਇੱਥੇ ਆ ਕੇ ਉਹਨਾਂ ਨੂੰ ਮਾਰ ਪੈਂਦੀ ਸੀ। ਕੈਪਟਨ ਅਮਰਿੰਦਰ ਸਿੰਘ ਦੇ ਆਉਣ ਤੋਂ ਬਾਅਦ ਇਹਨਾਂ ਨੇ ਆ ਕੇ ਜਿਹੜੀ ਪੰਜਾਬ ਪੱਖੀ ਅਪਰੋਚ ਬਣਾਈ ਹੈ ਤੇ ਹਾਈ ਕਮਾਂਡ ਕਿਉਂਕਿ ਕਮਜ਼ੋਰ ਪੈ ਚੁੱਕੀ ਹੈ ਜੀ ਜੀ, ਹਾਈ ਕਮਾਂਡ ਦੇ ਵਿੱਚ ਹੁਣ ਜ਼ਰੂਰਤ ਨਹੀਂ ਕਿ ਉਹ ਪੰਜਾਬ ਨੂੰ ਇਗਨੋਰ ਕਰ ਦੇਵੇ। ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਿਹੜਾ ਖਮਿਆਜਾ ਹਾਈ ਕਮਾਂਡ ਨੂੰ ਭੁਗਤਣਾ ਪਿਆ ਉਹ ਵੀ ਆਪਣੇ ਸਾਹਮਣੇ। ਇਸੇ ਕਰਕੇ ਜਿਹੜੀ ਬੀਜੇਪੀ ਹੈ, ਬੀਜੇਪੀ ਦੀ ਜਿਹੜੀ ਸਟੇਟ ਦੀ ਲੀਡਰਸ਼ਿਪ ਹੈ, ਇਹ ਸਟੇਟ ਦੀ ਲੀਡਰਸ਼ਿਪ ਪੰਜਾਬ ਨਾਲ ਨਹੀਂ ਖੜੀ, ਪੰਜਾਬ ਦੇ ਲੋਕਾਂ ਨਾਲ ਨਹੀਂ ਖੜੀ, ਇਹ ਆਪਦੀ ਪਾਰਟੀ ਨਾਲ ਖੜੀ ਹੈ। ਔਰ 3 ਕਾਨੂੰਨਾਂ ਦੇ ਹੱਕ ਵਿੱਚ ਇਹ ਐਨ ਸ਼ਰੇਆਮ ਦੇਖੋ ਤੁਸੀਂ 2 ਲੀਡਰ ਹੈ ਜਿਨ੍ਹਾਂ ਦੇ ਵਿੱਚੋਂ ਆਪਾਂ ਸੁਰਜੀਤ ਕੁਮਾਰ ਜਾਨੀ ਨੂੰ ਬੜਾ ਸਿਆਣਾ ਸਮਝਦੇ ਹਾਂ, ਲੇਕਿਨ ਅਲਟੀਮੇਟਲੀ ਉਹ ਵੀ ਆਪਦੀ ਪਾਰਟੀ ਨਾਲ ਚਲਾ ਗਿਆ। ਹਾਂਜੀ, ਹਰਜੀਤ ਸਿੰਘ ਗਰੇਵਾਲ ਦਾ ਤੁਸੀਂ ਦੇਖੋ ਕੀ ਹੈ, ਉਹ ਤਾਂ ਪਤਾ ਹੀ ਸੀ, ਹੁਣ ਉਹਦਾ ਖਮਿਆਜਾ ਇਹਨਾਂ ਨੂੰ ਭੁਗਤਣਾ ਪਿਆ। ਸੋ ਇੱਥੇ ਜਿਹੜਾ ਆਮ ਆਦਮੀ ਪਾਰਟੀ ਦੀ ਪ੍ਰੋਬਲਮ ਵੀ ਇਹ ਹੈ ਕਿ ਉਹ ਜਦੋਂ ਦਿੱਲੀ ਨਾਲ ਜੋੜਦੇ ਨਾ ਪੰਜਾਬ ਨੂੰ, ਉਦੋਂ ਦਿੱਲੀ ਦੇ ਹਿੱਤਾਂ ਨੂੰ ਮੁੱਖ ਰੱਖਦੇ, ਪੰਜਾਬ ਦੇ ਹਿੱਤਾਂ ਨੂੰ ਨਹੀਂ। ਜਿਹੜੀ ਜਦੋਂ ਆਮ ਆਦਮੀ ਪਾਰਟੀ 'ਚ ਫੁੱਟ ਪਈ ਆ ਪੰਜਾਬ 'ਚ, ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ ਹੋਰੀ ਉਦੋਂ ਕਹਿੰਦੇ ਕੀ ਸੀ ਜੀ? ਉਹ ਕਹਿੰਦੇ ਸੀ ਪੰਜਾਬ ਦੀ ਪਾਰਟੀ ਨੂੰ ਪੰਜਾਬ ਦੇ ਫੈਸਲੇ ਲੈਣ ਵਾਸਤੇ ਖੁਦ ਮੁਖਤਿਆਰੀ ਦੇ ਦਿਓ। ਹਾਂਜੀ, ਜੇ ਕਿਤੇ ਉਹਨਾਂ ਦੀ ਗੱਲ ਦੇ ਉੱਤੇ ਅਮਲ ਕੀਤਾ ਹੁੰਦਾ, ਅੱਜ ਵੀ ਖੁਦ ਮੁਖਤਿਆਰੀ ਦੇ ਦੇਣ, ਤਾਂ ਮੇਰਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਮੁਕਾਬਲਾ ਕਰ ਸਕਦੀ ਜੀ। ਤੇ ਢਿੱਲੋਂ ਸਾਹਿਬ, ਹੁਣ ਗੱਲ ਕਰੀਏ ਤਾਂ ਇਹਨਾਂ ਨਤੀਜਿਆਂ ਦੇ ਵਿੱਚ ਬੜੀਆਂ ਅਚੰਭੇ ਵਾਲੇ ਨਤੀਜੇ ਵੀ ਆਏ ਨੇ, ਕਈ ਵੱਡੀਆਂ ਵਿਕਟਾਂ ਵੀ ਡਿੱਗ ਪਈਆਂ ਨੇ, ਕਈ ਥਾਵਾਂ ਦੇ ਉੱਤੇ ਤਾਂ ਆਜ਼ਾਦ ਉਮੀਦਵਾਰਾਂ ਤੇ ਹੀ ਸਾਰਾ ਕੁਝ ਰਹਿ ਗਿਆ। ਅਨੰਦਪੁਰ ਸਾਹਿਬ ਦੇ ਵਿੱਚ ਸਾਰੇ ਆਜ਼ਾਦ ਹੀ ਜਿੱਤ ਗਏ। ਵੈਸੇ ਗੱਲ ਕੀ ਹੈ ਕਿ ਖਾਲਸੇ ਦੀ ਜਨਮ ਭੂਮੀ ਤੇ ਜੀ ਮੈਂ ਕਹੂੰਗਾ ਕਿ ਉੱਥੋਂ ਦੇ ਲੋਕਾਂ ਨੇ ਬਹੁਤ ਵਧੀਆ ਫੈਸਲਾ ਲਿਆ ਕਿ ਜਿਹੜੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਲੇ ਹੈ ਜੀ, ਉਹਨਾਂ ਨੂੰ ਸਾਰਿਆਂ ਨੂੰ ਲਾਂਭੇ ਕਰਕੇ ਮੇਰਾ ਖਿਆਲ ਹੈ ਉਹਨਾਂ ਨੇ ਆਜ਼ਾਦਾਂ ਤੇ ਆਪਣੀ ਜਿਹੜੀ ਹੈਗੀ ਕਿਸਮਤ ਅਜਮਾਈ ਹੈ ਜੀ ਕਿ ਸਾਡੀ ਠੀਕ ਨੁਮਾਇੰਦਗੀ ਇਹ ਕਰ ਸਕਦੇ ਹੈ ਜੀ। ਹਾਂਜੀ, ਜਿਵੇਂ ਇੱਥੇ ਲੈ ਲਈਏ ਮੋਗੇ, ਹਾਂਜੀ, ਐਮਐਲਏ ਦੀ ਘਰ ਵਾਲੀ ਹਾਰ ਗਈ। ਹਾਂਜੀ, ਠੀਕ ਹੈ ਨਾ ਜੀ। ਹੁਣ ਇਹ ਸਾਰਾ ਚੀਜ਼ਾਂ ਜਿਹੜੀਆਂ ਹੈਗੀਆਂ ਵੀ ਗੱਲਾਂ ਉੱਥੇ ਕਈ, ਹੁਣ ਜੇ ਹਾਰ ਗਏ ਤਾਂ ਬੀਜੇਪੀ ਵੀ ਰੌਲਾ ਪਾਉਣ ਲੱਗ ਪਈ ਵੀ ਜਿਹੜੀ ਬੀਜੇਪੀ ਦਾ ਇੱਕ ਏਜੰਡਾ ਸੀਗਾ ਕਿ ਮਸ਼ੀਨਾਂ ਦੇ ਵਿੱਚ ਤਾਂ ਗਲਤ ਕੰਮ ਹੋ ਹੀ ਨਹੀਂ ਸਕਦਾ, ਤੇ ਉਹ ਕਹਿ ਰਹੀ ਹੈ ਮਸ਼ੀਨਾਂ 'ਚ ਗੜਬੜੀ ਹੋ ਗਈ। ਚਲੋ ਭਲਾ ਹੋਇਆ ਮੇਰਾ ਚਰਖਾ ਟੁੱਟਿਆ ਜਿੰਦ ਨਿਮਾਣੀ ਛੁੱਟੀ। ਜੇ ਬੀਜੇਪੀ ਵਾਲੀ ਵੀ ਇਹ ਕਹਿਣ ਲੱਗੇ ਜੀ, ਜੇ ਕਾਂਗਰਸ ਇਹ ਗੱਲ ਕਹਿੰਦੀ ਸੀ, ਕਿਉਂਕਿ ਬੀਜੇਪੀ ਵਾਲੇ ਕਿਉਂ ਕਹਿਣ ਲੱਗੇ, ਇੱਥੇ ਹੁਣ ਕਾਂਗਰਸ ਦੀ ਹੁਕੂਮਤ ਹੈ, ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੁਕੂਮਤ ਹੈ, ਤੇ ਕਾਂਗਰਸ ਵਾਲੇ ਕਹਿੰਦੇ ਜੀ ਮਸ਼ੀਨਾਂ 'ਚ ਗੜਬੜ ਹੈ। ਇਸ ਕਰਕੇ ਜਦੋਂ ਦੋਨੇ ਤਰ੍ਹਾਂ ਕਹਿਣ ਲੱਗ ਗਏ ਤਾਂ ਭਲਾ ਇਸੇ ਗੱਲ ਦੇ ਵਿੱਚ ਹੀ ਹੈ ਵੀ ਮਸ਼ੀਨਾਂ ਦੀ ਥਾਂ ਦੇ ਉੱਤੇ ਵੋਟ ਪਰਚੀ ਸਿਸਟਮ ਹੀ ਲਾਏ ਹੁਣ ਜੀ। ਉਹਦੇ ਨਾਲ ਘੱਟੋ ਘੱਟ ਜਿਹੜੀ ਹੈਗੀ ਹੈ ਪਾਰਦਰਸ਼ਤਾ ਤਾਂ ਬਣਦੀ ਹੈ ਨਾ, ਵੀ ਜਿਹੜੀ ਵੋਟ ਪਾਵਾਂਗੇ ਤੇ ਉਹੀ ਵੋਟ ਗਿਣੀ ਜਾਊਗੀ। ਮਸ਼ੀਨ ਦੇ ਨਾਲ ਜਿਹੜੀ ਇੱਕ ਮਨੁੱਖੀ ਦਿਮਾਗ ਦੀ ਕਾਢ ਹੈ ਤੇ ਮਨੁੱਖੀ ਦਿਮਾਗ ਉਹਦੇ ਵਿੱਚ ਛੇੜਛਾੜ ਵੀ ਕਰ ਸਕਦਾ। ਆਪਾਂ ਕਿੰਨੀਆਂ ਖਬਰਾਂ ਪੜ੍ਹਦੇ ਰਹੇ ਹਾਂ ਕਿ ਇਹ ਜਿਹੜੇ ਹੈਗੇ ਹੈ ਜਾਲਸਾਜ਼ ਲੋਕ, ਉਹ ਕਿਸ ਤਰ੍ਹਾਂ ਲੋਕਾਂ ਦੇ ਜਿਹੜੇ ਹੈਗੇ ਜਾਲੀ ਆਪਣੇ ਕੀ ATM ਦੇ ਕਲੋਨ ਬਣਾ ਲੈਂਦੇ, ਉਹਦੇ ਵਿੱਚੋਂ ਵੀ ਪੈਸੇ ਕੱਢ ਲੈਂਦੇ ਆ। ਕਈ ਵਾਰੀ ਮਤਲਬ ਹੈਕ ਕਰਕੇ ਤੇ ਉਹਨਾਂ ਦੇ ਸਾਰਾ ਕੁਛ ਹਜਮ ਕਰ ਜਾਂਦੇ, ਸਾਰੀਆਂ ਗੱਲਾਂ ਚੱਲਦੀਆਂ ਜੀ ਜੀ। ਸੋ ਵਧੀਆ ਤਰੀਕਾ ਤਾਂ ਕਿ ਮੈਨੂਅਲ ਢੰਗ ਦੇ ਨਾਲ ਹੋਵੇ ਤਾਂ ਉਹ ਵਧੀਆ। ਪਰ ਜਿਵੇਂ ਤੁਸੀਂ ਗੱਲ ਕੀਤੀ ਹੈ, ਮੈਂ ਜਦੋਂ ਵਿਕਟਾਂ ਦੀ ਗੱਲ ਦੇਖਦਾ ਤੇ ਵਿਕਟਾਂ ਦੇ ਵਿੱਚ ਤਾਂ ਕਈ ਕੁਛ ਹੁੰਦੇ ਆ ਜੀ। ਭਾਰਤੀ ਜਨਤਾ ਪਾਰਟੀ ਦੇ ਲੀਡਰ ਤੀਕਸ਼ਣ ਸੂਦ ਜੀ, ਉਹਨਾਂ ਦੀ ਮੈਡਮ ਸਾਹਿਬਾ ਵੀ ਕਹਿੰਦੇ ਖੜੀ ਹੋਈ ਸੀ। ਅੱਛਾ ਜੀ, ਉਹ ਵੀ ਹਾਰ ਗਏ ਜੀ। ਫਿਰ ਆਪਾਂ ਦੇਖੀਏ ਸਾਡੇ ਵਾਲੇ ਪਾਸੇ ਬਠਿੰਡੇ ਸ਼ਹਿਰ ਦੇ ਵਿੱਚ ਟਹਿਲ ਸਿੰਘ ਸੰਧੂ ਟਕਸਾਲੀ ਕਾਂਗਰਸੀ ਹੈ ਬਿਲਕੁਲ, ਔਰ PCC ਦੇ ਸੈਕਟਰੀ ਹੈ। ਉਹਨਾਂ ਦੀ ਧਰਮ ਪਤਨੀ ਵੀ ਖੜੀ ਹੋਈ ਸੀ। ਇੱਕ ਸਧਾਰਨ ਬੀਬੀ ਤਾਂ ਉਹ ਵੀ ਹਾਰ ਗਈ ਜੀ। ਆਪਣੇ ਜਿਹੜੇ MLA ਮੋਗਾ ਹੈ, MLA ਮੋਗਾ ਦੀ ਮੇਮ ਸਾਹਿਬ ਵੀ ਖੜੀ ਹੋਈ ਸੀ, ਉਹ ਵੀ ਹਾਰ ਗਈ। ਹੋਰ ਦੇਖੋ ਕੈਬਨਿਟ ਮੰਤਰੀ ਜੀ ਚਰਨਜੀਤ ਸਿੰਘ ਚੰਨੀ, ਉਹਨਾਂ ਦਾ ਭਰਾ ਸੁਖਵੰਤ ਸਿੰਘ ਸੁੱਖਾ ਜੀ, ਟਿਕਟ ਉਹਨੂੰ ਵੀ ਦੇਤੀ ਸੀ, ਉਹ ਵੀ ਆਮ ਆਦਮੀ ਪਾਰਟੀ ਦੇ ਇੱਕ ਬੰਦੇ ਤੋਂ ਹਾਰ ਗਏ। ਜੇ ਅਸੀਂ ਇਹਨੂੰ ਦੇਖੀਏ ਮੇਰੇ ਖਿਆਲ ਮੁਤਾਬਕ ਇਹ ਵੀ ਟ੍ਰੈਂਡ ਬਹੁਤ ਸੋਹਣਾ ਹੈ ਜੀ, ਕਿਉਂਕਿ ਕਿਸੇ ਨੂੰ ਜੇ ਕੋਈ ਹਾਰਿਆ ਸਾਨੂੰ ਉਹਦੇ ਨਾਲ ਹਮਦਰਦੀ ਹੈ, ਉਹਨੂੰ ਹਾਰਨਾ ਨਹੀਂ ਸੀ ਚਾਹੀਦਾ। ਪਰ ਗੱਲ ਕੀ ਹੈ ਕਿ ਜਿਹੜੀ ਲੀਡਰਾਂ ਨੇ ਜੀ
ਲੋਕਾਂ ਦੇ ਹੱਕ ਮਾਰਨੇ ਸ਼ੁਰੂ ਕੀਤੇ। ਆਮ ਤੌਰ ਦੇ ਉੱਤੇ ਆਪਾਂ ਦੇਖਿਆ ਕਿ ਜਿਹੜੀਆਂ ਪਾਰਟੀਆਂ ਦੀਆਂ ਕਾਨਫਰੰਸਾਂ ਲਈ, ਮੀਟਿੰਗਾਂ ਲਈ, ਜਲਸਿਆਂ ਜਲੂਸਾਂ ਲਈ ਦਰੀਆਂ ਵਿਛਾਉਣ ਵਾਲੇ ਵਰਕਰ ਹੁੰਦੇ ਜੀ ਅਸਲ ਦੇ ਵਿੱਚ ਰੀੜ੍ਹ ਦੀ ਹੱਡੀ ਉਹ ਹੁੰਦੇ ਨੇ। ਜਦੋਂ ਹੁੰਦੀਆਂ ਚੋਣਾਂ ਵੇਲੇ ਫਿਰ ਕਹਿ ਦਿੰਦੇ ਆ ਜੀ ਗੱਲ ਹੈ ਕਿ ਇਹ ਇਲੈਕਸ਼ਨ ਜਿੱਤਣ ਵਾਸਤੇ ਪੈਸਾ ਚਾਹੀਦਾ, ਵਰਕਰ ਨੂੰ ਇਗਨੋਰ ਕਰ ਦਿੱਤਾ ਜਾਂਦਾ ਤੇ ਪੈਸੇ ਵਾਲਾ ਬੰਦਾ ਲੱਭ ਲਿਆ ਜਾਂਦਾ। ਉਹ ਪੈਸੇ ਵਾਲੇ ਬੰਦੇ ਨੂੰ ਲੱਭ ਕੇ ਆ ਕੇ ਤੇ ਉਹਨੂੰ ਖੜਾ ਕਰ ਦਿੱਤਾ ਜਾਂਦਾ, ਉਹ ਜਿੱਤ ਜਾਂਦਾ ਹੈ। ਜਦੋਂ ਉਹ ਜਿੱਤ ਜਾਂਦਾ ਤੇ ਫਿਰ ਉਹ ਇਸ ਗੱਲ ਨੂੰ ਭੁੱਲ ਜਾਂਦਾ ਕਿ ਜਿਹੜੇ ਯਾਰ ਉਹ ਦਰੀਆਂ ਵਿਛਾਉਣ ਵਾਲੇ ਸੀ ਉਹਨਾਂ ਦਾ ਵੀ ਕੋਈ ਨਿੱਕਾ ਮੋਟਾ ਹੱਕ ਬਣਦਾ ਜੀ। ਘੱਟੋ ਘੱਟ ਜਦੋਂ ਤੁਹਾਡੀ ਹਕੂਮਤ ਹੈ, ਹਕੂਮਤ ਦੇ ਸਮੇਂ ਦੇ ਵਿੱਚ ਤੁਸੀਂ ਉਹਨਾਂ ਦੀ ਮਦਦ ਕਰ ਸਕਦੇ ਹੋ, ਉਹਨਾਂ ਨੂੰ ਮਾਨ ਤਾਨ ਦਿੱਤਾ ਜਾ ਸਕਦਾ ਹੈ। ਲੇਕਿਨ ਮੋਗੇ ਦੇ ਵਿੱਚ ਕੀ ਹੋਇਆ ਜੀ, ਡਾਕਟਰ ਹਰਜੋਤ ਕੌਰ ਹੋਣੀ ਹੈ ਜਿਹੜੇ, ਉਹਨਾਂ ਨੇ ਇਹ ਸੋਚਿਆ ਕਿ ਮੋਗੇ ਦੀ ਕਾਰਪੋਰੇਸ਼ਨ ਹੈ ਜਿਹੜੀ, ਇਹਦੀ ਮੇਅਰਸ਼ਿਪ ਹੈ ਜਿਹੜੀ ਜੀ, ਉਹ ਆਪਾਂ ਹਾਸਲ ਕਰ ਸਕਦੇ ਹਾਂ, ਸ਼ਾਇਦ ਬੀਬੀਆਂ ਵਾਸਤੇ ਰਿਜ਼ਰਵ ਹੋਵੇ। ਹਾਂ, ਉਹਨਾਂ ਨੇ ਨਾਲ ਦੀ ਨਾਲ ਹੀ ਕਹਿ ਦਿੱਤਾ ਜੀ ਇਹ ਵਾਰਡ ਤੋਂ ਤਾਂ ਮੇਰੀ ਧਰਮ ਪਤਨੀ ਖੜੀ ਹੋਊਗੀ। ਹੁਣ ਜਿਹੜਾ ਸ਼ਖਸ ਉੱਥੇ ਦਾਅਵਾ ਕਰਦਾ ਸੀ, ਉਸ ਸ਼ਖਸ ਨੇ ਬਹੁਤ ਲੰਬੇ ਸਮੇਂ ਤੋਂ ਉੱਥੋਂ ਮਿਹਨਤ ਕੀਤੀ ਹੋਈ ਸੀ, ਉਹਨੂੰ ਨਜ਼ਰਅੰਦਾਜ਼ ਕਰਤਾ ਜੀ। ਤੇ ਕੱਲ ਜਦੋਂ ਰਿਜ਼ਲਟ ਆ ਰਹੇ ਸੀ ਤੇ ਪਤਾ ਲੱਗਿਆ ਵੀ ਬੀਬਾ ਜੀ ਲੁਟਕ ਰਹੇ ਹੈ, ਤੇ ਸਭ ਤੋਂ ਪਹਿਲਾਂ ਮੈਂ ਪੋਸਟ ਉਹਦੀ ਪੜ੍ਹੀ ਸੀ ਜੀ, ਕਹਿੰਦਾ ਮੇਰਾ ਹੱਕ ਮਾਰ ਕੇ ਜਿਹੜੀ ਬੀਬੀ ਨੂੰ ਟਿਕਟ ਦਿੱਤੀ ਸੀ ਉਹ ਹਾਰ ਗਈ। ਉਹ ਜਿਹੜੀਆਂ ਹੁਣ ਉਹਦੀਆਂ ਆਂਦਰਾਂ ਕਰਲਾਉਂਦੀਆਂ ਜਿਹੜੀਆਂ ਉਹ ਦਰਸੀਸਾਂ ਦਿੰਦਾ ਤੇ ਲੋਕ ਵੀ ਦੇਖਦੇ ਵੀ ਆਹ ਕੀ ਹੋਇਆ। ਇਵੇਂ ਜਿਵੇਂ ਜੇ ਆਪਾਂ ਟਹਿਲ ਸਿੰਘ ਸੰਧੂ ਵਾਲੀ ਗੱਲ ਦੇਖੀਏ, ਟਹਿਲ ਸਿੰਘ ਸੰਧੂ ਬੰਦਾ ਠੀਕ ਹੈ ਜੀ, ਸਾਊ ਹੈ, ਸਾਰਾ ਕੁਛ ਹੈ, ਡਾਇਰੈਕਟਰ ਵੀ ਹੈ, ਪਰ ਉਹਦੇ ਮੁਕਾਬਲੇ ਦੇ ਜਦੋਂ ਇੱਕ ਗਰੀਬ ਜਿਹਾ ਬੰਦਾ ਖੜਾ ਹੈ, ਕਿਉਂਕਿ ਜਦੋਂ ਬੰਦਾ ਲੀਡਰ ਹੋਵੇ, ਕਾਰ ਵੀ ਹੋਵੇ, ਤੇ ਉਹਨੂੰ ਫਿਰ ਇਹ ਹੁੰਦਾ ਵੀ ਚੱਲ ਹਾਂ ਠੀਕ ਹੈ, ਕਿਸੇ ਕਨੀ ਝਾਕਦਾ ਹੈ ਜੀ। ਲੀਡਰ ਬਹੁਤ ਘੱਟ ਦੇਖਿਆ ਮੈਂ ਜਿਹੜੇ ਆਪ ਸਤਿ ਸ੍ਰੀ ਅਕਾਲ ਬੁਲਾਉਂਦੇ। ਬਿਲਕੁਲ। ਮੈਂ ਤਾਂ ਇੱਕੋ ਹੀ ਐਮਐਲਏ ਦੇਖਿਆ ਸੀ, ਕਰੇ ਸੀ ਗੱਡੀ 'ਚ ਬੈਠੇ ਜਾਈਏ, ਇੱਕ ਐਮਐਲਏ ਸੀ ਉਹ ਕਾਮਰੇਡ ਬਲਮਗੜ੍ਹ, ਤੇ ਉਹਨੇ ਮਤਲਬ ਜਦੋਂ ਅਸੀਂ ਜਾ ਰਹੇ ਹਾਂ, ਮੈਂ ਗੱਡੀ ਚਲਾ ਰਿਹਾ ਸੀ ਤੇ ਉਹਨੇ ਬੈਠੇ ਨੇ ਦੋਨੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਤੀ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਤੂੰ ਇਹਨਾਂ ਬੰਦਿਆਂ ਨੂੰ ਜਾਣਦਾ? ਕਹਿੰਦਾ ਨਾ। ਤੇ ਮੈਂ ਕਿਹਾ ਸੱਤ 'ਚ ਬੈਠੇ ਬੰਦਿਆਂ ਨੂੰ ਤੂੰ ਹੀ ਤੁਰਿਆ ਜਾਂਦਾ, ਕਮਲਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਜਾਂਦੇ। ਉਹ ਕਹਿੰਦਾ ਗੁਰੂ ਸਾਹਿਬਾਂ ਨੇ ਇੱਕ ਪ੍ਰਚਲਿਤ ਹੈ ਆਪਣੇ, ਇੱਕ ਕਹਾਵਤ ਪਤਾ ਨਹੀਂ ਵੀ ਸੱਚੀ ਹੈ ਕਿ ਗੁਰੂ ਸਾਹਿਬ ਨੇ ਕਿਹਾ ਸੀ 10ਵੇਂ ਪਾਤਸ਼ਾਹ ਨੇ ਜੀ, ਕਿ ਜਦੋਂ ਸਿੰਘ ਘੋੜੇ ਤੇ ਚੜਿਆ ਹੋਵੇ ਨਾ, ਉਹਦੀ ਜ਼ਿੰਮੇਵਾਰੀ ਬਣਦੀ ਹੈ ਵੀ ਜਿਹੜੇ ਥੱਲੇ ਬੈਠੇ ਆ ਉਹਨਾਂ ਨੂੰ ਫਤਿਹ ਬੁਲਾਵੇ। ਨਹੀਂ, ਵੈਸੇ ਤਾਂ ਸਿਆਣੇ ਢਿੱਲੋਂ ਸਾਹਿਬ ਇਹ ਕਹਿੰਦੇ ਕਿ ਜਦੋਂ ਤੁਸੀਂ ਪਿੰਡ ਵਿੱਚ ਦੀ ਵੀ ਲੰਘਦੇ ਹੋ ਨਾ, ਤੁਸੀਂ ਭਾਵੇਂ ਇੱਕ ਹੱਥ ਚੱਕ ਕੇ ਫਤਿਹ ਬੁਲਾ ਦਿਓ। ਕਹਿੰਦੇ ਤੁਸੀਂ ਇੱਕ ਹੱਥ ਚੱਕਦੇ ਹੋ ਜਾਂ ਦੋ ਹੱਥ ਜੋੜਦੇ ਹੋ ਤਾਂ ਤੁਹਾਡੇ ਲਈ ਕਹਿੰਦੇ ਜੇ ਉੱਥੇ 16 17 ਪਤਾ ਨਹੀਂ ਕਿੰਨੇ ਹੱਥ ਚੱਕੇ ਜਾਂਦੇ ਨੇ ਤੇ 20 40 60 ਜਿਹੜੇ ਹੈਗੇ ਨੇ ਉਹ ਜੁੜਦੇ ਵੀ ਨੇ। ਚਲੋ ਉਹ ਜੁੜਨ ਤੋਂ ਇਲਾਵਾ ਹੁਣ ਮੈਂ ਜਿਹੜੀ ਟਹਿਲ ਸਿੰਘ ਸੰਧੂ ਵਾਲੀ ਗੱਲ ਕਰਦਾ ਸੀ, ਟਹਿਲ ਸਿੰਘ ਸੰਧੂ ਦੇ ਕਿਉਂਕਿ ਟਕਸਾਲੀ ਕਾਂਗਰਸੀ ਹੈ ਜੀ, ਵਰਦੀ ਵੀ ਇਹਨਾਂ ਦੇ ਪਾਈ ਹੁੰਦੀ ਹੈ। ਉਹ ਜਦੋਂ ਉਹਨਾਂ ਝਾਕਦੇ ਆ, ਕਈ ਵਾਰੀ ਕਈ ਲੀਡਰਾਂ ਦੀ ਵੀ ਆਪ ਫਤਿਹ ਬੁਲਾਉਣ ਦੀ ਬਜਾਏ ਅਗਲਾ ਮੈਨੂੰ ਫਤਿਹ ਬੁਲਾਵੇ। ਉੱਥੇ ਲੋਕ ਮਤਲਬ ਇਸ ਗੱਲ ਦੇ ਉੱਤੇ ਯਾਰ ਵੀ ਆਹ ਆਪਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੀ ਆ, ਬੁਲਾਉਂਦਾ ਮੁੰਡਾ ਜਿਹੜਾ ਬੁੜੀ ਦਾ ਮੁੰਡਾ ਹੈ ਆਪਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ, ਮਤਲਬ ਸੀਟ ਰਿਜ਼ਰਵ ਸੀ, ਖੜੀ ਤਾਂ ਉਹਨੇ ਮਾਂ ਕੀਤੀ, ਪਰ ਸਤਿ ਸ੍ਰੀ ਅਕਾਲ ਗੋਡੀਆਂ ਹੱਥ ਪੈਰੀਆਂ ਤੋਂ ਲਾਇਆ ਯਾਰ ਵੀ ਆਪਾਂ ਕਿਸੇ ਤੋਂ ਕੀ ਲੈਣੇ, ਆਪਾਂ ਫਿਰ ਇਹਨਾਂ ਨੂੰ ਵੋਟਾਂ ਪਾ ਦਿਓ ਜੀ। ਮੇਰੇ ਕੋਲ ਇਹ ਗੱਲ ਆਈ ਕਿ ਕੁਝ ਕਾਂਗਰਸੀ ਸੀ, ਜਿਹੜਾ ਟਰਾਂਸਪੋਰਟ ਨਗਰ ਉਹਦੇ ਮਗਰਲੇ ਪਾਸੇ ਜੇ ਕੋਈ ਕਾਂਗਰਸੀ ਸੀ, ਅੱਜ ਕਿਸੇ ਸੱਜਣ ਨੇ ਗੱਲ ਕੀਤੀ, ਉਹ ਕਹਿੰਦੇ ਹਾਂ ਤਾਂ ਅਸੀਂ ਕਾਂਗਰਸੀ ਸੀ, ਉਹਨੂੰ ਜਾਣਦੇ ਵੀ ਨਹੀਂ, ਅੱਛਾ, ਪਰ ਅਸੀਂ ਤਾਂ ਆਪਦੇ ਉਮੀਦਵਾਰ ਦੀ ਬਜਾਏ ਵੋਟਾਂ ਉਹਨੂੰ ਪਾਤੀਆਂ। ਉਹ ਮੇਰੇ ਸੱਜਣ ਨੇ ਪੁੱਛਿਆ ਵੀ ਤੁਸੀਂ ਕਿਉਂ ਪਾਤੀਆਂ? ਕਹਿੰਦੇ ਯਾਰ ਘੱਟੋ ਘੱਟ ਸਤਿ ਸ੍ਰੀ ਅਕਾਲ ਤਾਂ ਬੁਲਾਉਂਦਾ ਨਾ। ਹਾਂ, ਸਤਿ ਸ੍ਰੀ ਅਕਾਲ ਮੰਨਦਾ, ਸਤਿ ਸ੍ਰੀ ਅਕਾਲ ਦਾ ਬਿਲਕੁਲ ਮੰਨਦਾ ਤੇ ਬੁਲਾਉਂਦਾ, ਠੀਕ ਹੈ ਨਾ। ਹੁਣ ਚਰਨਜੀਤ ਸਿੰਘ ਚੰਨੀ ਕੈਬਨਿਟ ਦਾ ਮੰਤਰੀ ਹੈ, ਔਰ ਇੱਕ ਵਾਰੀ ਤਾਂ ਜਦੋਂ ਰਾਹੁਲ ਗਾਂਧੀ ਆਏ ਤੇ ਗੱਡੀ ਚਲਾਉਂਦਾ ਸੀ, ਉਦੋਂ ਫੀਲਿੰਗ ਹੋ ਗਈ ਸੀ ਵੀ ਆਪਾਂ ਕਦੇ ਮੁੱਖ ਮੰਤਰੀ ਵੀ ਬਣ ਸਕਦੇ ਹਾਂ। ਪੰਜਾਬ ਦੇ ਵਿੱਚੋਂ ਇਹਨੇ PhD ਵੀ ਕੀਤੀ, ਮੇਰਾ ਖਿਆਲ ਪੰਜਾਬ ਯੂਨੀਵਰਸਿਟੀ ਚ ਰੌਲਾ ਜਿਹਾ ਪੈ ਗਿਆ ਸੀ, PhD ਵਾਲਾ ਵੀ ਉਹ ਵੀ ਕੀਤੀ ਸੀ। ਘੱਟੋ ਘੱਟ ਕਿਸੇ ਵਰਕਰ ਵਾਸਤੇ ਉਹਨਾਂ ਨੂੰ ਛੱਡ ਦੇਣੀ ਚਾਹੀਦੀ ਸੀ। ਬਿਲਕੁਲ ਚਾਹੀਦੀ ਹੈ ਜੀ, ਔਰ ਤੁਹਾਡਾ ਹੱਕ ਤਾਂ ਨਹੀਂ ਸਾਰੇ ਪਾਸੇ, ਠੀਕ ਹੈ ਨਾ, ਵੀ ਜੇ ਤੁਸੀਂ ਆਪਣੇ ਪੁੱਤ ਭਤੀਜੇ ਸਾਰੇ ਤੁਹਾਡੇ ਹੀ ਹੋਣਗੇ ਤੇ ਫਿਰ ਵਰਕਰ ਕਿੱਧਰ ਜਾਣਗੇ? ਇਹਦਾ ਵੀ ਮੈਂ ਕਹੂੰਗਾ ਕਿ ਜਿਹੜੀ ਲੋਕਾਂ 'ਚ ਚੇਤਨਤਾ ਆਈ ਹੈ, ਇਹਦਾ ਕਾਰਨ ਵੀ ਕਿਸਾਨ ਅੰਦੋਲਨ ਹੈ ਜੀ, ਔਰ ਕਿਸਾਨ ਅੰਦੋਲਨ ਦੀ ਬਦੌਲਤ ਜਿਹੜਾ ਹੈਗਾ ਉਹਨਾਂ ਦੇ ਵਿੱਚ ਚੇਤਨਤਾ ਹੈ ਨਹੀਂ, ਲੋਕ ਫੈਸਲਾ ਕਰਨ ਲੱਗੇ ਕਿ ਸਾਡਾ ਕੌਣ ਹੋਵੇ ਨੁਮਾਇੰਦਾ। ਹੁਣ ਕਾਜੂ ਲੈ ਕੇ ਮਗਰ ਨਹੀਂ ਭੱਜੇ ਫਿਰਦੇ, ਉਹ ਕਹਿੰਦੇ ਹੋਊਗਾ ਐਮਐਲਏ ਵਜ਼ੀਰ ਆ ਕੇ ਘਰੇ ਹੋਊਗਾ, ਅਸੀਂ ਆਹ ਵੋਟਾਂ ਪਾ ਰਹੇ ਹਾਂ ਜੀ। ਤੇ ਢਿੱਲੋਂ ਸਾਹਿਬ, ਇਹ ਵੋਟਾਂ ਦਾ ਨਤੀਜਾ ਕਹੀਏ ਕਿ ਆਪਸ ਵਿੱਚ ਠਿੱਬੀ ਲਾਉਣ ਦਾ ਜਿਹੜਾ ਹੈਗਾ ਉਹ ਸਾਹਮਣੇ ਆਇਆ ਕਿ ਨਨਕਾਣਾ ਸਾਹਿਬ ਐਤਕੀ ਸੰਗਤ ਨਹੀਂ ਜਾ ਸਕੀ, ਕਿਉਂ ਰੋਕਿਆ ਕਿ ਭਾਰਤ ਸਰਕਾਰ ਨੇ? ਦੇਖੋ ਦਾਨੀਵਾਲੀਆ ਸਾਹਿਬ, ਇਹਦਾ ਪ੍ਰਤੀਕਰਮ ਹੈ ਨਾ ਜਿਹੜਾ ਭਾਰਤ ਸਰਕਾਰ ਦਾ। ਕੱਲ ਸ਼ਾਮ ਨੂੰ ਇੱਕ ਸੰਦੇਸ਼ ਆਉਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੀ ਕਿ 600-700 ਸਿੰਘਾਂ ਦਾ ਜਿਹੜਾ ਜਥਾ ਤਿਆਰ ਹੈ ਤੇ ਜਿਹਨੇ ਪਾਕਿਸਤਾਨ ਦੇ ਵਿੱਚ ਐਂਟਰੀ ਮਾਰਨੀ ਸੀ ਜੀ, ਸਾਕਾ ਨਨਕਾਣਾ ਸਾਹਿਬ ਦੀ 100 ਸਾਲਾ ਪੂਰਾ ਹੋਣ ਦੇ ਉੱਤੇ ਜਿਹੜਾ ਸਮਾਗਮ ਹੋ ਰਿਹਾ ਹੈ ਉਹਦੇ ਵਿੱਚ ਉਹਨਾਂ ਨੇ ਭਾਗ ਲੈਣਾ ਸੀ ਜੀ। ਪਹਿਲੀ ਗੱਲ ਤਾਂ ਜਦੋਂ ਆਪਾਂ ਸਾਕਾ ਨਨਕਾਣਾ ਸਾਹਿਬ ਦੀ ਗੱਲ ਕਰਦੇ ਹਾਂ ਤੇ ਸਾਨੂੰ ਇਤਿਹਾਸ ਦੇ ਉਸ ਸਮੇਂ ਦੇ ਵਿੱਚ ਜਾਣਾ ਪੈਣਾ ਜੀ। ਉਦੋਂ ਜਿਹੜਾ ਨਰਸੰਹਾਰ ਹੋਇਆ ਕਿਵੇਂ
ਭਾਈ ਲਛਮਣ ਸਿੰਘ ਵਰਗੇ ਬੰਦੇ ਨੂੰ ਉੱਥੇ ਮੌਕੇ ਤੇ ਸ਼ਹੀਦ ਕੀਤਾ ਗਿਆ ਜੀ, ਜੰਡ ਦੇ ਨਾਲ ਉਹਨਾਂ ਨੂੰ ਸਾੜਿਆ ਗਿਆ ਜਿੰਦਾ। ਔਰ ਕਿਵੇਂ ਬਹੁਤ ਸਾਰੇ ਲੋਕ ਜਿਹੜੇ ਹੋਰ ਮਾਰੇ ਗਏ ਸੀ। ਉਹਦੇ ਤੋਂ ਹੀ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਹੈ ਹੋਂਦ ਹੈ ਜੀ, ਇਹਦਾ ਮੁੱਢ ਵੱਜਦਾ ਹੈ। ਔਰ ਉਸ ਵੇਲੇ ਦੇ ਜਿਹੜੇ ਸਾਡੇ ਕੌਮੀ ਲੀਡਰ ਸੀ, ਚਾਹੇ ਪੰਡਿਤ ਨਹਿਰੂ ਸੀ, ਚਾਹੇ ਮਹਾਤਮਾ ਗਾਂਧੀ ਸੀ, ਉਹਨਾਂ ਨੇ ਵੀ ਹਾਦਾ ਨਾਰਾ ਮਾਰਿਆ ਸੀ ਕਿ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਜੀ। ਜੋ ਕੁਛ ਹੋਇਆ ਬਹੁਤ ਮਾੜਾ ਹੋਇਆ। ਔਰ ਇਹ ਕਿਹਾ ਸੀ ਕਿ ਇਹ ਸਾਡੀ ਜਿਹੜੀ ਜੰਗੇ ਆਜ਼ਾਦੀ ਦੀ ਇੱਕ ਮਤਲਬ ਜਿਹੜੀ ਹੈਗੀ ਬਹੁਤ ਵੱਡੀ ਕੁਰਬਾਨੀ ਹੈ ਜੀ। ਔਰ ਗੁਰੂ ਨਾਨਕ ਦੇਵ ਸਾਹਿਬ ਜਿਹੜੇ ਹੈਗੇ ਉਹ ਇਕੱਲੇ ਸਿੱਖਾਂ ਦੇ ਨਹੀਂ, ਉਹ ਇਕੱਲੇ ਪੰਜਾਬ ਦੇ ਨਹੀਂ, ਇਕੱਲੇ ਭਾਰਤ ਦੇ ਨਹੀਂ, ਉਹ ਦੁਨੀਆ ਦੇ। ਇਹ ਜਦੋਂ ਕੱਲ ਸ਼ਾਮੀ ਆਇਆ ਤੇ ਮੈਨੂੰ ਵੀ ਕਾਫੀ ਸਦਮਾ ਜਿਹਾ ਲੱਗਿਆ ਵੀ ਇਹ ਗੱਲ ਠੀਕ ਨਹੀਂ ਜੀ। ਔਰ ਮੈਂ ਸੌਂ ਗਿਆ, ਆਪਣਾ ਮੋਬਾਈਲ ਬੰਦ ਕਰਤਾ। ਸਵੇਰੇ ਮੈਂ ਉੱਠਿਆ, ਮੈਂ ਮੋਬਾਈਲ ਖੋਲ੍ਹਿਆ ਤੇ ਮੈਨੂੰ ਪਾਕਿਸਤਾਨ ਦੇ ਵਿੱਚੋਂ ਇੱਕ ਜਿਹੜੀ ਹੈਗੀ ਹੈ WhatsApp ਕਾਲ ਮੈਂ ਦੇਖੀ, ਉਹ ਮਿਸ ਆਈ ਪਈ। ਜਿਹੜਾ ਪੱਟੀ ਖਾਨਦਾਨ ਹੈ ਆਪਣੇ ਨਨਕਾਣਾ ਸਾਹਿਬ ਵਾਲੇ ਰਾਏ ਬਲਾਰ ਭੱਟੀ ਹੋਰੀ, ਜਿਨ੍ਹਾਂ ਦੇ ਪੂਰਵਜਾਂ ਨੇ 19,000 ਏਕੜ ਦੇ ਕਰੀਬ ਜਿਹੜੀ ਹੈ ਗੁਰੂ ਸਾਹਿਬ ਨੂੰ, ਬਾਬੇ ਨਾਨਕ ਨੂੰ ਦਾਨ ਕੀਤੀ ਸੀ ਜੀ। ਜਿੱਥੇ ਨਨਕਾਣਾ ਸਾਹਿਬ ਵਾਲਾ ਜਿਹੜਾ ਗੁਰੂ ਘਰ ਵੀ ਬਣਿਆ ਹੋਇਆ ਸਾਰਾ ਕੁਛ ਉਹ ਮੈਂ ਦੇਖਿਆ। ਮੈਂ ਕਿਹਾ ਵੀ ਕਾਲ ਆਈ ਪਈ ਸੀ, ਚਲੋ ਮੈਂ ਕੀਤੀ, ਸਾਡੀ ਗੱਲ ਹੋ ਗਈ। ਤੇ ਮੈਨੂੰ ਨੇ ਕਿਹਾ ਜੀ ਅਸੀਂ ਤੁਹਾਨੂੰ ਤਕਲੀਫ ਇਸ ਕਰਕੇ ਦਿੰਦੇ ਹਾਂ ਕਿ ਖਬਰਾਂ ਸੁਣੀ ਹੈ, ਕਨਫਰਮ ਕਰਨੀ ਹੈ ਕਿ ਇਹ ਸੱਚੀ ਹੈ ਜੀ। ਤੇ ਮੈਂ ਉਹਨਾਂ ਨੂੰ ਕਿਹਾ ਜੀ ਸੱਚੀ ਹੈ, ਸ਼ਰਧਾਲੂ ਨਹੀਂ ਹੋਣਗੇ। ਤੇ ਭੱਟੀ ਸਾਹਿਬ ਨੇ ਦਾਨੇਵਾਲ ਗਿਆ ਜੀ, ਫਿਰ ਹੌਕਾ ਲਿਆ, ਬਹੁਤ ਵੱਡਾ ਹੌਕਾ ਲਿਆ। ਕਹਿੰਦਾ ਸਾਰੇ ਪ੍ਰਬੰਧ ਤਿਆਰ ਹੋਏ ਪਿਆ, ਐਡਾ ਵੱਡਾ ਸਮਾਗਮ ਇਹਨੇ ਰੋਕ ਕਿਉਂ ਦਿੱਤਾ? ਚਲੋ ਜੋ ਮੇਰੀ ਆਪਦੀ ਸਮਝ ਸੀ ਮੈਂ ਆਪਦੀ ਸਮਝ ਪਰ ਉਹਨਾਂ ਨੂੰ ਦੱਸਿਆ ਵੀ ਕਾਰਨ ਕੀ ਹੋਇਆ, ਕਿਉਂ ਰੋਕਿਆ। ਬਹੁਤ ਮਾੜੀ ਗੱਲ ਕੀਤੀ ਕੇਂਦਰ ਸਰਕਾਰ ਨੂੰ। ਇਹਦੇ ਕਾਰਨ ਦੋ ਹੈ, ਕਿਉਂਕਿ ਅਕਾਲੀ ਦਲ ਇੱਕ ਪਾਰਟੀ ਹੈ, ਉਹ ਸਿੱਖ ਨਹੀਂ ਜੀ। ਉਹ ਆਪਾਂ ਕਹਿ ਸਕਦੇ ਕਿ ਪੋਲੀਟੀਕਲ ਪਾਰਟੀ ਹੈ, ਉਹ ਸਿੱਖ ਨਹੀਂ। ਗੁਰੂ ਨਾਨਕ ਦੇਵ ਸਾਹਿਬ ਸਿੱਖਾਂ ਦੇ ਤੇ ਮਨੁੱਖਤਾ ਦੇ ਗੁਰੂ ਹੈ ਜੀ, ਜਿਨ੍ਹਾਂ ਨੇ ਬਾਬਰ ਨੂੰ ਲਲਕਾਰਿਆ ਸੀ, ਜ਼ੁਲਮ ਨੂੰ ਲਲਕਾਰਿਆ ਸੀ। ਗੁਰੂ ਨਾਨਕ ਦੇਵ ਸਾਹਿਬ ਨੇ ਕਿਰਤ ਨੂੰ ਵਡਿਆਇਆ। ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਜਾ ਕੇ ਜਿਹੜੀ ਖੇਤੀ ਕੀਤੀ ਸੀ ਜੀ, ਉਹ ਕੋਈ ਉਹਨਾਂ ਨੇ ਆਮਦਨ ਵਾਸਤੇ ਥੋੜਾ ਕੀਤੀ ਸੀ। ਉੱਥੇ ਉਹਨਾਂ ਨੇ ਦੱਸਿਆ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੀ ਜਿਹੜੀ ਉਹਨਾਂ ਨੇ ਫਲਸਫਾ ਦਿੱਤਾ ਸੀ। ਔਰ ਉਹਨਾਂ ਦਾ ਜਿਹੜਾ ਹੈਗਾ ਉਹ ਸਥਾਨ ਹੋਵੇ ਜਿੱਥੇ ਉਹਨਾਂ ਨੇ ਜਨਮ ਲਿਆ ਹੋਵੇ, ਉਸ ਥਾਂ ਦੇ ਉੱਤੇ ਜਿਹੜਾ ਹੈਗਾ ਸਾਕਾ ਹੋਇਆ ਹੋਵੇ ਤੇ ਉਸ ਸਾਕੇ ਦਾ 100 ਮੁਹਾਵਰਾ ਪੂਰਾ ਹੋਵੇ। ਰੋਕ ਦੇ ਉੱਤੇ ਕੁਝ ਸਮਾਂ ਪਹਿਲਾਂ ਤਾਂ ਸਾਡਾ ਜਥਾ ਗਿਆ ਸੀ ਪਾਕਿਸਤਾਨ ਦੇ ਵਿੱਚ, ਕੀ ਉਦੋਂ ਕਰੋਨਾ ਹੈ ਨਹੀਂ ਸੀ। ਹੁਣ ਜਿਹੜੀ ਭਾਰਤ ਸਰਕਾਰ ਨੇ ਦਲੀਲ ਦਿੱਤੀ ਹੈ, ਕਹਿੰਦੇ ਜੀ ਇੱਕ ਤਾਂ ਕਰੋਨਾ ਹੈ, ਅੱਛਾ ਜੀ, ਦੂਜਾ ਕਹਿੰਦੇ ਜੀ ਮਤਲਬ ਹੈ ਵੀ ਜਥੇ ਦੇ ਕੁਝ ਲੋਕਾਂ ਦਾ ਉੱਥੇ ਨੁਕਸਾਨ ਹੋ ਸਕਦਾ, ਹਮਲੇ ਹੋ ਸਕਦੇ। ਸ਼ਾਇਦ ਕਰੋਨਾ ਵਾਲੀ ਗੱਲ ਤਾਂ ਮੈਂ ਮੰਨਣ ਨੂੰ ਤਿਆਰ ਨਹੀਂ, ਸ਼ਾਇਦ ਕੋਈ ਉਹਨਾਂ ਕੋਲ ਇਨਪੁਟਸ ਹੋਣ, ਇੰਟੈਲੀਜੈਂਸ ਦੀਆਂ ਇਨਪੁਟਸ ਹੋਣ, ਉਹ ਸਾਰਾ ਕੁਛ ਹੈ। ਪਰ ਪਾਕਿਸਤਾਨ ਸਰਕਾਰ ਨਾਲ ਇਹ ਮਾਮਲਾ ਟੇਕ ਅਪ ਕੀਤਾ ਜਾ ਸਕਦਾ ਸੀ ਕਿ ਸੁਰੱਖਿਆ ਦੇ ਪੂਰੇ ਪ੍ਰਬੰਧ ਕਰੋ। ਸੁਰੱਖਿਆ ਦੇ ਪੂਰੇ ਪ੍ਰਬੰਧ ਕਰਕੇ ਸਮਾਗਮ ਜਿਹੜਾ ਹੈਗਾ ਸੰਸਾਰ ਪੱਧਰੀ ਸਮਾਗਮ ਹੈ ਜੀ, ਇਹ ਸਮਾਗਮ ਪੂਰਾ ਕਰਵਾਉਣਾ ਚਾਹੀਦਾ ਸੀ ਨਹੀਂ। ਹੁਣ ਜਿਹਨੂੰ ਅਸੀਂ ਰਾਜਨੀਤਿਕ ਤੌਰ ਤੇ ਦੇਖੀਏ ਤਾਂ ਦੋ ਕਾਰਨ ਬਣ ਸਕਦੇ ਹੈ ਜੀ। ਕਦੇ ਅਕਾਲੀ ਦਲ ਬੀਜੇਪੀ ਦਾ ਹਿੱਸੇਦਾਰ ਸੀ, ਜਿਨ੍ਹਾਂ ਦੀ ਸਰਕਾਰ ਹੈ ਕੇਂਦਰ ਦੇ ਵਿੱਚ, ਅੱਜ ਉਹ ਬਾਹਰ ਹੈ, ਸ਼ਾਇਦ ਉਹ ਇਸ ਕਰਕੇ ਨਾਰਾਜ਼ ਹੋ ਗਏ ਹੁਣ ਜੀ। ਦੂਸਰੀ ਗੱਲ ਉਹ ਇਸ ਕਰਕੇ ਵੀ ਹੋ ਗਏ ਹੁਣ ਕਿ ਦਿੱਲੀ ਦੀਆਂ ਸਰਹੱਦਾਂ ਦੇ ਆਲੇ ਦੁਆਲੇ ਜਿਹੜੇ ਲੋਕ ਬੈਠੇ ਹੈ ਜੀ, ਭਾਵੇਂ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਆਏ ਆ, ਪਰ ਉਹਨਾਂ ਦੀ ਅਗਵਾਈ ਕੌਣ ਕਰਦਾ ਹੈ? ਹਰ ਥਾਂ ਦਸਤਾਰ ਦਿਖਦੀ ਹੈ, ਉਹ ਚੁਭਦੀ ਹੈ। ਜਿਹੜੀ ਦਸਤਾਰ ਚੁਭਦੀ ਹੈ ਨਾ, ਮੇਰਾ ਖਿਆਲ ਹੈ ਇਸ ਕਰਕੇ ਵੀ ਹੋਣਾ ਕਿ ਦਸਤਾਰਧਾਰੀ ਗੁਰੂ ਨੇ ਜਿਹਨੇ ਦਸਤਾਰ ਬਖਸ਼ੀ ਇਹਨਾਂ ਨੂੰ, ਉਹਦਾ ਮਤਲਬ ਸਮਾਗਮ ਹੈ ਤੇ ਇਹਨਾਂ ਨੂੰ ਉੱਥੇ ਨਾ ਜਾਣ ਦਿਓ। ਇਹ ਕਾਰਨ ਵੀ ਹੋ ਸਕਦਾ। ਤੇ ਜੇ ਇਹ ਕਾਰਨ ਹੈ ਤਾਂ ਮੈਂ ਸਮਝਦਾ ਵੀ ਇਹ ਤੋਂ ਗਿਰੀ ਹੋਈ ਗੱਲ ਹੋਰ ਕੋਈ ਹੋ ਨਹੀਂ ਸਕਦੀ। ਅਗਲੀ ਗੱਲ ਦਾਨੇਵਾਲ ਸਾਹਿਬ ਜਿਹੜੀ ਮੈਂ ਕਰੇ ਬਿਨਾਂ ਨਹੀਂ ਰਹਿ ਸਕਦਾ, ਉਹ ਹੈ ਕਿ ਜਦੋਂ ਅਸੀਂ ਕੰਡੇ ਆਪਦਿਆਂ ਦੇ ਰਾਹ 'ਚ ਬੀਜਦੇ ਆ ਨਾ, ਉਹ ਚੁਗਣੇ ਆਪ ਨੂੰ ਵੀ ਪੈਂਦੇ ਆ। ਬਿਲਕੁਲ, ਆਪਦੇ ਵੀ ਚੁੱਭ ਜਾਂਦਾ ਉਹ। ਬਾਬੇ ਨਾਨਕ ਦਾ ਜਦੋਂ 550 ਸਾਲਾ ਪ੍ਰਕਾਸ਼ ਉਤਸਵ ਸੀ, ਮੈਂ ਵੀ ਗਿਆ ਸੀ। ਸਾਡਾ ਜਥਾ ਪਹੁੰਚ ਗਿਆ ਜੀ ਬਾਰਡਰ ਤੇ ਅਟਾਰੀ। ਤੇ ਜਦੋਂ ਅੰਦਰ ਵੜਨ ਲੱਗੇ, BSF ਵਾਲਿਆਂ ਨੇ ਤੇ ਕੁਝ ਹੋਰ ਜਿਹੜੇ ਅੰਦਰੋਂ ਆਫੀਸ਼ੀਅਲ ਸੀ, ਉਹਨਾਂ ਨੇ ਆ ਕੇ ਜਥੇ ਦੇ ਲੀਡਰ ਨੂੰ ਪਰਮਜੀਤ ਸਿੰਘ ਸਰਨਾ ਨੂੰ ਕਿਹਾ, ਸਰਨਾ ਸਾਹਿਬ ਤੁਸੀਂ ਰੁਕੋ ਜੀ, ਤੁਸੀਂ ਕਿਉਂਕਿ ਲੀਡਰ ਹੋ ਜਥੇ ਦੇ, ਤੇ ਇਹਨਾਂ ਨੂੰ ਸਾਰਿਆਂ ਬੰਦਿਆਂ ਨੂੰ ਤੁਸੀਂ ਮਤਲਬ ਜਿਹੜਾ ਹੈਗਾ ਆਪਣੀ ਜੇਰੇ ਨਿਗਰਾਨੀ ਅੰਦਰ ਭੇਜੋ ਜੀ। ਇਹ ਤੁਹਾਡੇ ਕਹੇ ਤੇ ਡਿਸਪਲਿਨ 'ਚ ਰਹਿਣਗੇ, ਨਹੀਂ ਤਾਂ ਕਈ ਵਾਰੀ ਕੋਈ ਮਾੜਾ ਮੋਟਾ ਇੱਧਰ ਉੱਧਰ ਹੋ ਜਾਂਦੀ, ਤੇ ਤੁਸੀਂ ਤਾਂ ਫਿਰ ਸਭ ਤੋਂ ਮਗਰੋਂ ਤੁਸੀਂ ਹੋਵੋਗੇ, ਤੁਸੀਂ ਇਹਨੂੰ ਵਾੜ ਕੇ ਫਿਰ ਆਏ ਹੋ ਜੀ। ਲਓ ਜੀ, ਸਾਨੂੰ ਅੰਦਰ ਭੇਜਤਾ, ਅਸੀਂ ਅੰਦਰ ਚਲੇ ਗਏ, ਸਾਡੀ ਇਮੀਗ੍ਰੇਸ਼ਨ ਕਲੀਅਰ ਹੋ ਗਈ, ਪਾਕਿਸਤਾਨ ਵਾਲੇ ਪਾਸੇ ਚਲੇ ਗਏ। ਉਡੀਕੀ ਜਾਂਦੇ ਸਾਰੇ ਵੀ ਸਰਨਾ ਸਾਹਿਬ ਆਉਂਦੇ, ਸਰਨਾ ਸਾਹਿਬ ਆਉਂਦੇ, ਤੇ ਖਬਰ ਆ ਗਈ ਜੀ ਕਿ ਸਰਨਾ ਸਾਹਿਬ ਨੂੰ ਆਉਣ ਦੀ ਇਜਾਜ਼ਤ ਨਹੀਂ ਮਿਲੀ। ਅੱਛਾ ਜੀ। ਗੱਡੀ ਸੀ ਉਹਨਾਂ ਦੇ, ਜਿਹਦੇ ਵਿੱਚ ਪਾਲਕੀ ਸਾਹਿਬ ਸੀ। ਕਿਉਂ ਜੀ, ਕਿਉਂ ਨਹੀਂ ਆਉਣ ਦਿੰਦੇ? ਕਹਿੰਦੇ ਜੀ ਭਾਰਤ ਸਰਕਾਰ ਦਾ ਹੁਕਮ ਆ ਗਿਆ ਜੀ ਕਿ ਉਹਨਾਂ ਨੂੰ ਰੋਕਤਾ, ਉਹਨਾਂ ਤੇ ਕੋਈ ਕੇਸ ਪੈਂਡਿੰਗ ਪਿਆ। ਬੜਾ ਦੁੱਖ ਹੋਇਆ, ਅਫਸੋਸ ਹੋਇਆ। ਜਿਹੜੀ ਪਾਲਕੀ ਵਾਲੀ ਗੱਡੀ ਸੀ, ਉਹ ਗੱਡੀ ਵੀ ਨਹੀਂ ਜਾਣ ਦਿੱਤੀ।
ਪਾਲਕੀ ਸਾਹਿਬ ਦੇ ਜਿਹੜੇ ਮਤਲਬ ਹੈਗੇ ਆ ਪੀਸਸ ਜੀ, ਉਹ ਅਲੱਗ-ਅਲੱਗ ਕਰਕੇ ਦੂਜੇ ਪਾਸੇ ਪਾਕਿਸਤਾਨ ਵਾਲੇ ਪਾਸੇ ਲਿਜਾਇਆ ਗਿਆ ਤੇ ਹੋਰ ਗੱਡੀ ਦੇ ਵਿੱਚ ਰੱਖਿਆ ਗਿਆ। ਸਰਨਾ ਸਾਹਿਬ ਉੱਥੋਂ ਵਾਪਸ ਆ ਗਈ ਜੀ, ਪਤਾ ਲੱਗਿਆ ਵੀ ਇਹ ਕੀ ਹੋ ਰਿਹਾ, ਤੇ ਉਦੋਂ ਗੱਲਾਂ ਇਹ ਹੋ ਗਈਆਂ ਸੀ ਕਿ ਸਰਨਾ ਸਾਹਿਬ ਦੀ ਇਹ ਯਾਤਰਾ ਰਖਵਾਈ ਗਈ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਦੇ 550 ਸਾਲਾ ਪ੍ਰਕਾਸ਼ ਵੀ ਬੱਲੇ ਬੱਲੇ ਨਾ ਖੱਟ ਜਾ, ਉਹਨਾਂ ਦੀ ਬੱਲੇ ਬੱਲੇ ਨਾ ਹੋ ਜੀ। ਉਦੋਂ ਸਰਨਾ ਸਾਹਿਬ ਨੇ ਇਸ ਗੱਲ ਦੇ ਉੱਤੇ ਵੀ ਰੌਲਾ ਪਾਇਆ ਕਿ ਮੇਰੇ ਕੋਲੇ ਜਿਹੜਾ ਫ੍ਰੀ ਆਪਣਾ ਜਿਹੜਾ ਉਹ ਪਾਸਪੋਰਟ ਹੈ ਜਿਹਦੇ ਨਾਲ ਮੈਂ ਜਦੋਂ ਮਰਜ਼ੀ ਆਵਾਂ ਜਾਵਾਂ। ਗੁਰੂ ਘਰਾਂ ਦੀ ਉੱਥੇ ਇਹਨਾਂ ਨੇ ਕਾਰ ਸੇਵਾ ਵੀ ਕਰਵਾਈ ਸੀ, ਉਹ ਤੋਂ ਪਹਿਲਾਂ ਸਾਰੇ ਪ੍ਰਬੰਧ ਜਾ ਕੇ ਦੇਖ ਕੇ ਆਏ ਸੀ। ਉਹ ਕਹਿੰਦੇ ਯਾਰ ਮੈਂ 4 ਦਿਨ ਪਹਿਲਾਂ ਤਾਂ ਜਾ ਕੇ ਤੁਸੀਂ ਮੈਨੂੰ ਕਿਉਂ ਰੋਕਦੇ ਹੋ? ਕਹਿੰਦੇ ਨਹੀਂ ਜੀ ਨਹੀਂ ਜਾ ਸਕਦੇ। ਸਰਨਾ ਸਾਹਿਬ ਉੱਥੋਂ ਵਾਪਸ ਹੋਏ, ਜਾ ਕੇ ਉਹਨਾਂ ਨੇ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ। ਪਟੀਸ਼ਨ ਦਾਇਰ ਕਰਨ ਤੋਂ ਬਾਅਦ ਉਹਨਾਂ ਨੂੰ ਇਜਾਜ਼ਤ ਮਿਲੀ। ਜਿੱਦਣ ਸਮਾਗਮ ਵਾਲਾ ਦਿਨ ਸੀ ਜੀ, ਉਸ ਦਿਨ ਉਹ ਪਾਕਿਸਤਾਨ ਦੇ ਵਿੱਚ ਪਹੁੰਚਦੇ। ਜੇ ਉਦੋਂ ਦੀਆਂ ਅਖਬਾਰਾਂ ਦੀਆਂ ਖਬਰਾਂ ਪੜ੍ਹੀਏ, ਉਦੋਂ ਦੇ ਲੋਕਾਂ ਦੀਆਂ ਗੱਲਾਂ ਸੁਣੀਏ ਜੀ, ਕਿ ਇਹ ਸੱਚਮੁੱਚ ਹੀ ਠੀਕ ਹੈ ਕਿ ਰੁਕਾਵਟਾਂ ਉਹਨਾਂ ਦੇ ਰਾਹ ਦੇ ਵਿੱਚ ਪਾਈਆਂ ਗਈਆਂ ਜੀ, ਤੇ ਫਿਰ ਜਦੋਂ ਆਪਾਂ ਕਿਸੇ ਹੋਰ ਵਾਸਤੇ ਕੰਡੇ ਬੀਜਦੇ ਆ ਤਾਂ ਉਦੋਂ ਵਿੱਚ ਆਪ ਨੂੰ ਵੀ ਚੁਗੇੜਨੇ ਪੈਂਦੇ। ਪਰ ਗੱਲ ਤਾਂ ਹੁਣ ਕੌਮ ਦਾ ਤਾਂ ਨੁਕਸਾਨ ਕਰਤਾ, ਕੌਮ ਦਾ ਨੁਕਸਾਨ ਹੋ ਗਿਆ, ਕੌਮ ਦਾ ਨੁਕਸਾਨ ਹੋ ਗਿਆ। ਮੇਰਾ ਹੁਣ ਇੱਥੇ ਇਹ ਮੰਨਣਾ ਹੈ ਕਿ ਉਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਸੀ ਕਿ ਇੱਕ ਗੁਰਸਿੱਖ ਜਿਹੜਾ ਹੈਗਾ ਪਾਲਕੀ ਸਾਹਿਬ ਲੈ ਕੇ ਜਾ ਰਿਹਾ, ਉਹਨੂੰ ਕਿਉਂ ਰੋਕਿਆ ਜਾ ਰਿਹਾ। ਅੱਜ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਬਿਆਨ ਦਿੱਤਾ, ਬਹੁਤ ਖੁਸ਼ੀ ਦੀ ਗੱਲ, ਕਿਉਂਕਿ ਉਹਨਾਂ ਨੇ ਲੀਡ ਕਰਨਾ ਸੀ ਜਥੇ ਨੂੰ। ਜੀ ਅੱਜ ਭਾਵੇਂ ਉਹਨਾਂ ਨੇ ਬਿਆਨ ਦਿੱਤਾ, ਇਹ ਬਿਆਨ ਪਹਿਲਾਂ ਵੀ ਹੋਣਾ ਚਾਹੀਦਾ ਸੀ, ਪਰ ਕਈ ਵਾਰੀ ਜਦੋਂ ਮੌਕੇ ਦੇ ਮਾਲਕਾਂ ਦੀ ਕੋਈ ਦਿਲਚਸਪੀ ਹੋਰ ਹੁੰਦੀ ਬਿਲਕੁਲ ਉਦੋਂ ਇਹ ਕੁਛ ਹੁੰਦਾ ਹੈ। ਤੇ ਦੇਸ਼ ਧਰੋਹ ਦਾ ਕੀ ਫੈਸਲਾ ਹੈ ਜੀ, ਜਿਹਦੇ ਉੱਤੇ ਟਕੈਤ ਸਾਹਿਬ ਗਦਗਦ ਹੋ ਗਏ ਨੇ? ਇਹ ਦਾਨੇ ਵਾਲੀ ਸਭ ਗੱਲ ਹੈ ਕਿ ਅੱਜ ਨਾ ਕਹਿੰਦੇ ਹੁੰਦੇ ਵੀ ਕਿਸੇ ਨੂੰ ਕੋਈ ਹੋ ਜੇ, ਆਪਾਂ ਨੂੰ ਛੋਟੇ ਹੁੰਦੇ ਜਦੋਂ ਪਿੰਡਾਂ 'ਚ ਹੁੰਦੇ ਸੀ ਨਾ ਜੀ, ਉਦੋਂ ਬਿਮਾਰੀ ਕੋਈ ਹੁੰਦੀ ਤੇ ਉਹ ਡਾਕਟਰ ਨੂੰ ਕਹਿ ਦਿੰਦੇ ਹੁੰਦੇ ਸੀ ਵੀ ਆ ਇਹਨੂੰ ਆ ਬਿਮਾਰੀ, ਉਹ ਕਹਿੰਦਾ ਆਪਦੇ ਸਹਾਇਕ ਨੂੰ ਕਹਿੰਦਾ ਇਹਨੂੰ 12 ਨੰਬਰ ਦਵਾਈ ਪੈ ਦੇ। ਉਹ ਲਾਲ ਜੀ ਦਵਾਈ ਹੁੰਦੀ ਸੀ, ਬਿਮਾਰੀ ਕੋਈ ਹੁੰਦੀ, ਢਿੱਡ ਦੁਖਦਾ ਹੁੰਦਾ, ਸਿਰ ਦੁਖਦਾ ਹੁੰਦਾ, ਪੇਟ ਦਰਦ ਹੁੰਦਾ, ਤੇ ਕੱਲੀ ਉਹ ਲਾਲ ਦਵਾਈ ਪਿਆ ਦਿੰਦੇ ਸੀ। ਹੁਣ ਭਾਰਤ ਸਰਕਾਰ ਕੋਲ ਇੱਕ ਲਾਲ ਦਵਾਈ ਹੈਗੀ ਹੈ ਜੀ, ਕਿ ਜਦੋਂ ਕੋਈ ਨਾਰਾਜ਼ ਹੁੰਦਾ, ਕਿਸੇ ਬੰਦੇ ਨੇ ਕੋਈ ਮਤਲਬ ਪ੍ਰੋਟੈਸਟ ਕਰਨਾ ਹੁੰਦਾ, ਉਹਦੇ ਤੇ ਦੇਸ਼ ਧਰੋਹੀ ਦਾ ਮਾਮਲਾ ਵੱਢ ਦਿੰਦੇ। ਕਿਸਾਨ ਅੰਦੋਲਨ ਚੱਲਦਾ ਹੈ, ਕਿਸਾਨ ਅੰਦੋਲਨ ਦੇ ਸਬੰਧ ਵਿੱਚ ਕਈ ਸਾਰੇ ਪਰਚੇ ਦਰਜ ਹੋਏ ਵੇ ਜੀ। ਜ਼ਿਆਦਾਤਰ ਪਰਚਿਆਂ ਦੇ ਵਿੱਚ ਦੇਸ਼ ਧਰੋਹੀ ਦੀ ਧਾਰਾ ਜੋੜੀ ਗਈ ਹੈ 124A ਜੀ। ਇਹ 124A ਉਦੋਂ ਦੀ ਬਣਾਈ ਹੋਈ ਹੈ ਅੰਗਰੇਜ਼ਾਂ ਦੇ ਜ਼ਮਾਨੇ 'ਚ, ਜਦੋਂ ਅਸੀਂ ਗੁਲਾਮ ਹੁੰਦੇ ਸੀ। ਅੱਛਾ ਜੀ। ਸਾਡੇ ਦੇਸ਼ ਭਗਤ ਜਿਹੜੇ ਦੇਸ਼ ਦੀ ਆਜ਼ਾਦੀ ਦੇ ਲਈ ਲੜਾਈ ਲੜਦੇ ਹੁੰਦੇ ਸੀ, ਉਹਨਾਂ ਨੂੰ ਦੇਸ਼ ਧਰੋਹੀ ਕਹਿੰਦੇ ਸੀ। ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾਂਦੇ ਸੀ। 47 'ਚ ਮੁਲਕ ਆਜ਼ਾਦ ਹੋਇਆ। ਆਜ਼ਾਦ ਹੋਣ ਤੋਂ ਬਾਅਦ ਸੰਵਿਧਾਨ ਸਭਾ 'ਚ ਇਸ ਗੱਲ ਤੇ ਬਹਿਸ ਹੋਈ ਜੀ ਕਿ ਹੁਣ ਮੁਲਕ ਆਜ਼ਾਦ ਹੋਇਆ, ਕਾਨੂੰਨ ਨੂੰ ਖਤਮ ਕਰ ਦਿਓ। ਕਈ ਜਿਹੜੇ ਸੰਵਿਧਾਨ ਸਭਾ ਦੇ ਸਿਆਣੇ ਮੈਂਬਰ ਸੀ, ਉਹਨਾਂ ਨੇ ਕਿਹਾ ਜੀ ਖਤਮ ਕਰਨਾ ਚਾਹੀਦਾ ਜੀ, ਲੇਕਿਨ ਜਿਨ੍ਹਾਂ ਨੇ ਹਕੂਮਤ ਕਰਨੀ ਹੁੰਦੀ ਉਹਨਾਂ ਨੂੰ ਇਹ ਸੀ ਕਿ ਜਿਹੜੇ ਸਾਡੇ ਤੇ ਲੱਗਦੇ ਰਹੇ ਤੇ ਕੱਲ ਨੂੰ ਜਦੋਂ ਸਾਡੇ ਪ੍ਰਤੀ ਲੋਕਾਂ 'ਚ ਬੇਚੈਨੀ ਪੈਦਾ ਹੋ ਗਈ ਤੇ ਆਪਾਂ ਵੀ ਫਿਰ ਉਹਨਾਂ ਤੇ ਲਾਵਾਂਗੇ। ਉਹ ਕਾਨੂੰਨ ਰਹਿ ਗਿਆ ਤੇ ਬੜੇ ਵਾਰੀ ਉਹ ਕਾਨੂੰਨ ਦੀ ਜਿਹੜੀ ਹੈ ਵਰਤੋਂ ਹੋਈ ਹੈ ਜੀ। ਐਮਰਜੈਂਸੀ ਦੇ ਸਮੇਂ 'ਚ ਵੀ ਵਰਤੋਂ ਹੋਈ ਹੈ। ਕਾਂਗਰਸ ਦੀ ਉਦੋਂ ਹਕੂਮਤ ਸੀ ਤੇ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਹੈ। ਕਿਸਾਨ ਕੀ ਕਹਿੰਦੇ ਹੈ ਜੀ? ਕਿਸਾਨ ਕਹਿੰਦੇ ਆ ਜੀ 3 ਕਾਲੇ ਕਾਨੂੰਨ ਵਾਪਸ ਲਓ, ਸਾਨੂੰ MSP ਦਿਓ ਜੀ। ਇਹ ਲੈ ਕੇ ਉਹਨਾਂ ਨੇ ਇੱਕ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ। ਉਹ ਦਿੱਲੀ 'ਚ ਵੜਨਾ ਚਾਹੁੰਦੇ ਸੀ, ਜਾ ਕੇ ਲੋਕਾਂ ਨੂੰ ਦੱਸਣਾ ਚਾਹੁੰਦੇ ਸੀ। ਦਿੱਲੀ 'ਚ ਉਹਨਾਂ ਨੂੰ ਵੜਨ ਨਹੀਂ ਦਿੱਤਾ, ਜਿੱਥੇ ਰੋਕਤਾ ਉਹ ਉੱਥੇ ਬਹਿ ਗਏ। ਉੱਥੇ ਲੰਗਰ ਪਾਣੀ ਚਲਾਈ ਜਾਂਦੇ ਆ, ਆਪਦਾ ਲੰਗਰ ਪਾਣੀ ਛਕਦੇ ਆ, ਤਕਰੀਰਾਂ ਕਰਦੇ ਆ, ਆਪਦਾ ਪਾਠ ਪੂਜਾ ਕਰਦੇ ਆ, ਜੋ ਜਿਵੇਂ ਜਿਹਦਾ ਕਰਦਾ ਉਹ ਕਰਦਾ, ਕਿਸੇ ਨੂੰ ਉਹ ਕੁਛ ਨਹੀਂ ਕਹਿੰਦੇ। ਸਥਾਨਕ ਲੋਕ ਵੀ ਇਹ ਗੱਲ ਕਹਿੰਦੇ ਕਿ ਬੰਦੇ ਬਹੁਤ ਭਲੇ ਤੇ ਬੜਾ ਵਧੀਆ, ਠੀਕ ਹੈ ਜੀ। ਗਾਹੇ ਬਗਾਹੇ ਕੋਈ ਐਸੀ ਵੈਸੀ ਗੱਲ ਹੋ ਜਾਂਦੀ ਹੈ ਤੇ FIR ਦਰਜ ਕਰ ਦਿੰਦੇ। ਇੱਕ FIR ਅਜਿਹੀ ਦਰਜ ਹੋਈ ਸੀ, ਬੰਦੇ ਦੇ ਖਿਲਾਫ ਇਲਜ਼ਾਮ ਕੀ ਹੈ? ਕਹਿੰਦੇ ਜੀ ਇਹਨੇ ਕੋਈ ਪੋਸਟ ਪਾਈ ਹੈ ਜਿਹੜੀ ਦੇਸ਼ ਧਰੋਹੀ ਦੀ ਗੱਲ ਕਰਦੀ ਜੀ। ਪੋਸਟ ਸ਼ਾਇਦ ਉਹਨੇ ਪਾਈ ਜਾਂ ਨਹੀਂ ਪਾਈ, ਆਪਾਂ ਨੂੰ ਨਹੀਂ ਇਹਦੇ ਬਾਰੇ, ਪਰ ਟਕੈਤ ਸਾਹਿਬ ਕਹਿੰਦੇ ਆ ਕਿ ਇਹ ਜਾਲੀ ਪੋਸਟ ਸੀ ਜੀ, ਕਿਸੇ ਹੋਰ ਨੇ ਪਾਤੀ, ਉਹਦੀ ਪੋਸਟ ਨਹੀਂ ਸੀ। ਦੇਸ਼ ਧਰੋਹੀ ਦਾ ਕੇਸ ਲਾਤਾ, ਕੇਸ ਲਾ ਕੇ ਉਹ ਬੰਦੇ ਨੂੰ ਗ੍ਰਿਫਤਾਰ ਕਰ ਲਿਆ, ਜੇਲ੍ਹ ਭੇਜਤਾ। ਜੇਲ੍ਹ ਭੇਜਣ ਤੋਂ ਬਾਅਦ ਫਿਰ ਉਹਦੀ ਬੇਲ ਐਪਲੀਕੇਸ਼ਨ ਲਾਈ ਜੀ। ਬੇਲ ਐਪਲੀਕੇਸ਼ਨ ਅਦਾਲਤ ਦੇ ਜਦੋਂ ਸਾਹਮਣੇ ਆਈ ਤੇ ਅਦਾਲਤ ਨੇ ਜੋ ਦੇਖਿਆ ਤੇ ਅਦਾਲਤ ਨੇ ਫਿਰ ਟਿੱਪਣੀ ਕੀਤੀ ਜੀ। ਅੱਛਾ ਜੀ। ਟਿੱਪਣੀ ਬੜੀ ਸ਼ਾਨਦਾਰ ਹੈ। ਉਹ ਕਹਿੰਦੇ ਸ਼ਰਾਰਤੀ ਅਨਸਰਾਂ ਨੂੰ ਜੀ ਕੰਟਰੋਲ ਕਰਨ ਲਈ ਜਿਹੜੇ ਕਾਨੂੰਨ ਬਣੇ ਹੋਏ, ਇਹਨਾਂ ਕਾਨੂੰਨਾਂ ਨੂੰ ਅਸ਼ਾਂਤ ਲੋਕਾਂ ਤੇ ਲਾਗੂ ਨਾ ਕੀਤਾ ਜਾਵੇ। ਸ਼ਾਂਤ ਲੋਕਾਂ ਤੇ? ਅਸ਼ਾਂਤ। ਅੱਛਾ। ਅਸ਼ਾਂਤ ਜਿਹੜੇ ਅਸ਼ਾਂਤ ਹੈ, ਜਿਹੜੇ ਪ੍ਰੋਟੈਸਟ ਦੇ ਵਿੱਚ ਹੈ, ਜਿਹੜੇ ਦੁਖੀ ਹੈ, ਜਿਹੜੇ ਆਪਣੀ ਗੁੱਬਗਵਾਟ ਕੱਢਣਾ ਚਾਹੁੰਦੇ ਆ, ਉਹ ਤਾਂ ਮੰਗਦੇ ਆ, ਉਹਨਾਂ ਦੇ ਉੱਤੇ ਤੁਸੀਂ ਲਾ ਕੇ ਇਹ ਜਿਹੜਾ ਲਾ ਰਹੇ ਹੋ, ਇਹ ਗਲਤ ਹੈ। ਕਹਿੰਦੇ ਹਰ ਚੀਜ਼ ਨੂੰ ਦੇ ਵਿੱਚੋਂ ਜਿਹੜੀ ਦੇਸ਼ ਧਰੋਹੀ ਦੇਖਦੇ ਹੋ, ਦੇਸ਼ ਧਰੋਹੀ ਤਾਂ ਲੱਗਦੀ, ਕੇਸ ਹੀ ਨਹੀਂ ਬਣਦਾ ਹੈ। ਹਾਂਜੀ। ਇਹ ਤੁਸੀਂ ਦੇਸ਼ ਧਰੋਹੀ ਕਿਵੇਂ ਇਹ ਤੇ ਕੇਸ ਲਾਤਾ, ਜ਼ਮਾਨਤ ਦੇਤੀ ਅਦਾਲਤ ਨੇ। ਲੇਕਿਨ ਛੋਟੀ ਅਦਾਲਤ ਦਾ ਇਹ ਫੈਸਲਾ ਬਹੁਤ ਵੱਡਾ ਹੈ ਜੀ। ਕੱਪਨ ਸਿੱਦੀਕ ਦੀ ਆਪਾਂ ਗੱਲ ਕਰਕੇ ਹਟੇ ਸੀ, 2 ਦਿਨ ਪਹਿਲਾਂ ਹੀ ਕੀਤੀ। ਬਿਲਕੁਲ ਬਿਲਕੁਲ।
ਕਪਨ ਸਦੀਕ ਦੇ ਖਿਲਾਫ ਉਹਦਾ ਦੋਸ਼ ਕੀ ਬਣਦਾ ਸੀ? ਦੋਸ਼ ਤਾਂ ਉਹ ਇੱਕ ਪੱਤਰਕਾਰ ਆ, ਹਾਥ ਰਸਤੇ ਉਹ ਘਟਨਾਕ੍ਰਮ ਦੀ ਬਿਲਕੁਲ ਜੀ ਕਵਰੇਜ ਵਾਸਤੇ ਜਾ ਰਿਹਾ, ਕਹਿੰਦੇ ਜੀ ਇਸ ਬੰਦੇ ਨੇ ਤੇ ਇਹ ਤਾਂ ਜੀ ਦੇਸ਼ ਧਰੋਹੀ ਕਾਰਵਾਈਆਂ ਕਰਦਾ, ਉਹਨੂੰ ਫੜ ਕੇ ਅੰਦਰ ਦਿੱਤਾ ਜੀ। ਮਾਂ ਉਹਦੀ ਮਰਨ ਵਾਲੀ ਹੈ ਤੇ ਹੁਣ ਸੁਪਰੀਮ ਕੋਰਟ 'ਚ ਉਹਨੂੰ 5 ਦਿਨਾਂ ਦੀ ਸਿਰਫ ਇੰਟਰਮ ਬੇਲ ਮਿਲੀ ਹੈ ਕਿ ਬਿਮਾਰ ਮਾਂ ਨੂੰ ਮਿਲਿਆ। ਇਹ ਵੱਡੀ ਅਦਾਲਤ ਹੈ, ਅਸੀਂ ਵੱਡੀ ਅਦਾਲਤ ਦਾ ਸਤਿਕਾਰ ਕਰਦੇ ਹਾਂ, ਲੇਕਿਨ ਛੋਟੀ ਅਦਾਲਤ ਨੇ ਜਿਹੜਾ ਫੈਸਲਾ ਦਿੱਤਾ ਨਾ ਜੀ ਕਿ ਸ਼ਰਾਰਤੀ ਲੋਕਾਂ ਨੂੰ ਕਾਬੂ ਕਰਨ ਦੇ ਨਾਂ ਹੇਠ ਅਸ਼ਾਂਤ ਲੋਕਾਂ ਨੂੰ ਜਿਹੜਾ ਹੈਗਾ ਸਲਾਖਾਂ ਪਿੱਛੇ, ਬਹੁਤ ਵੱਡਾ ਫੈਸਲਾ ਹੈ। ਕੈਦ ਸਾਹਿਬ ਨੇ ਦੀ ਸ਼ਲਾਘਾ ਕੀਤੀ ਜੀ। ਸੋ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ, ਤੁਹਾਡਾ ਸ਼ੁਕਰੀਆ। ਤੇ ਪ੍ਰੋਗਰਾਮ ਸ਼ਮਾਦਾਨ ਬਾਅਦ ਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ, ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ।